मानयोग मैंबरां नूं कि शांति बना के रखण मानयोग मैंबर श्री अमन अरोड़ा जी बहस आरंभ कर रहे हैं। बैठो, बिल्कुल डिस्कशन टाइम देवांगे, दे रहे हैं टाइम ਤੁਹਾਨੂੰ टाइम दे। बैठो, ਕਹਿ ਤਾਂ ਦਿੱਤੇ ਤੁਸੀਂ बैठो 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 भैन जी बैठो बैठो जी। ਐ ਤਾਂ ਤੁਹਾਡੀ ਗੈਰ ਹਾਜ਼ਰੀ 'ਚ ਬੋਲਣ ਦਾ ਮਜ਼ਾ ਹੀ ਨਹੀਂ ਆਉਣਾ ਜੀ, ਸਿੱਧੇ ਮੱਥੇ ਗੱਲ ਠੀਕ ਰਹਿੰਦੀ ਹੈ। ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਹੈ ਕਿ ਤੁਸੀਂ ਅੱਜ ਮੈਨੂੰ ਇਸ ਨਵੀਂ ਸਰਕਾਰ ਦੇ ਜਿਹੜੇ ਕਿ ਬਦਲਾਅ ਦੇ ਨਾਮ ਦੇ ਉੱਪਰ ਬਹੁਤ ਵੱਡਾ ਮੈਂਡੇਟ ਲੈ ਕੇ ਆਈ ਹੈ ਔਰ ਪਹਿਲੇ ਗਵਰਨਰਸ ਐਡਰੈਸ ਦੇ ਉੱਪਰ ਬੋਲਣ ਦਾ ਮੌਕਾ ਦਿੱਤਾ ਹੈ। ਸਪੀਕਰ ਸਾਹਿਬ ਮੈਨੂੰ ਇਸ ਗੱਲ ਦਾ ਵੀ ਮਾਣ ਔਰ ਖੁਸ਼ੀ ਹੈ ਕਿ ਹੁਣ ਤੱਕ ਬੇਸਿਕਲੀ ਇਹ ਆਪਣਾ ਬਹੁਤਿਆਂ ਦਾ ਕੋਈ ਸਾਥੀ ਜਿਹੜੇ ਆਪਾਂ ਲੋਕ ਪਹਿਲਾਂ ਵੀ ਜਿੱਤ ਕੇ ਆਇਆ, ਇਹ 6ਵਾਂ ਗਵਰਨਰਸ ਐਡਰੈਸ ਹੈ ਜੀ ਮੇਰਾ ਜ਼ਾਤੀ ਤੌਰ ਤੇ। ਔਰ ਹੁਣ ਤੱਕ ਦੇ ਪਹਿਲੇ 5 ਗਵਰਨਰ ਐਡਰੈਸਿਸ ਉਹ ਮੈਂ ਨਾਲ ਲੈ ਕੇ ਵੀ ਆਇਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਤੱਕ 5 ਸਾਲਾਂ ਦੇ ਵਿੱਚ ਗਵਰਨਰ ਐਡਰੈਸ ਸਰਕਾਰ ਲਿਖ ਕੇ ਦੇ ਦਿੰਦੀ ਸੀਗੀ, ਗਵਰਨਰ ਸਾਹਿਬ ਬੋਲ ਜਾਂਦੇ ਸੀਗੇ, ਉਸੇ ਦਿਨ ਉਹਦੇ ਉੱਪਰ ਜਾਂ ਅਗਲੇ ਦਿਨ ਡਿਸਕਸ਼ਨ ਹੁੰਦੀ ਸੀਗੀ ਤੇ ਮੁੜ ਕੇ ਸਿਰਫ ਇੱਕ ਫਾਰਮੈਲਿਟੀ ਜੀ ਹੁੰਦੀ ਸੀਗੀ ਤੇ ਜਦੋਂ ਤੱਕ ਅਗਲੇ ਸਾਲ ਦੀ ਗੱਲ ਆਉਂਦੀ ਸੀਗੀ, ਜਦੋਂ ਡਿਸਕਸ਼ਨ ਹੋਣੀ ਹੁੰਦੀ ਸੀਗੀ ਤੇ ਉਹਦੇ ਉੱਪਰ ਕੋਈ ਅਕਾਊਂਟੇਬਿਲਿਟੀ ਫਿਕਸ ਨਹੀਂ ਹੁੰਦੀ ਸੀਗੀ ਵੀ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਹੈਗਾ। 1 ਸਾਲ ਗਵਰਨਰ ਸਾਹਿਬ ਤੋਂ ਬੁਲਾ ਦਿੱਤਾ ਜਾਂਦਾ ਸੀਗਾ ਤੇ ਉਹਦਾ ਕੋਈ ਅਕਾਊਂਟੇਬਿਲਿਟੀ ਕੀ ਕੀਤਾ ਨਹੀਂ ਕੀਤਾ, ਅਗਲੇ ਸਾਲ ਸਰਕਾਰਾਂ ਨੇ ਜਿਹੜੀਆਂ ਨਵੇਂ ਇਸ਼ੂਜ਼ ਫੜ ਲੈਂਦੀਆਂ ਸੀ, ਪੁਰਾਣੇ ਛੱਡ ਦਿੰਦੀਆਂ ਸੀਗੀਆਂ। ਸਰ ਹੁਣ ਕਿਉਂਕਿ 3 ਮਹੀਨੇ ਦਾ ਗੈਪ ਵਿੱਚ ਪੈ ਗਿਆ, ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਔਰ ਸੰਤੁਸ਼ਟੀ ਹੈ ਕਿ ਜੋ ਸਾਡੀ ਸਰਕਾਰ ਭਗਵੰਤ ਮਾਨ ਜੀ ਦੀ ਸਰਕਾਰ ਨੇ ਅੱਜ ਤੋਂ ਤਕਰੀਬਨ 3 ਮਹੀਨੇ ਪਹਿਲਾਂ ਕਿਹਾ ਸੀਗਾ ਔਰ ਇਸ ਗਵਰਨਰ ਐਡਰੈਸ ਦੇ ਵਿੱਚ ਦਰਜ ਹੈ, ਇਹਦੇ ਵਿੱਚੋਂ ਬਹੁਤ ਗਿਣਤੀ ਚੀਜ਼ਾਂ ਨੇ ਜਿਹੜੀਆਂ ਉਹ ਸਾਡੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਪੂਰਾ ਕਰ ਚੁੱਕੀ ਹੈ ਤੇ ਪਹਿਲੀ ਵਾਰੀ ਹੋ ਰਿਹਾ ਹੈ ਕਿ 3 ਮਹੀਨਿਆਂ ਦੇ ਵਿੱਚ ਜਿਹੜੇ ਬਹੁਤੇ ਵਾਅਦੇ ਨੇ ਉਹ ਪੂਰੇ ਕੀਤੇ ਜਾ ਚੁੱਕੇ ਨੇ। ਸਰ ਮੈਂ ਜੇ ਪੁਆਇੰਟ ਵਾਈਜ਼ ਸ਼ੁਰੂ ਕਰਾਂ, ਸਰ ਇਸ ਗਵਰਨਰ ਐਡਰੈਸ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਨੇ ਸਭ ਤੋਂ ਵੱਡਾ ਸਾਡਾ ਜਿਹੜਾ ਵਾਅਦਾ ਸੀ ਜਿਹਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਗਏ ਸੀਗੇ ਔਰ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ, ਉਹ ਸੀਗਾ ਜ਼ੀਰੋ ਟੋਲਰੈਂਸ ਟੁਵਰਡਸ ਕਰਪਸ਼ਨ। ਔਰ ਮੈਨੂੰ ਆਮ ਆਦਮੀ ਪਾਰਟੀ ਦਾ ਸਿਪਾਹੀ ਹੋਣ ਦੇ ਨਾਤੇ ਇਹ ਮਾਣ ਔਰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅੱਜ ਪਹਿਲਾਂ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਸਰਕਾਰ 2015 ਤੋਂ ਤੇ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਦੀ ਸਰਕਾਰ ਦੇ ਕਰਪਸ਼ਨ ਦੇ ਖਿਲਾਫ ਏਜੰਡੇ ਦੀ ਅੱਜ ਪੂਰੀ ਦੁਨੀਆ ਦੇ ਵਿੱਚ ਚਰਚਾ ਹੋ ਰਹੀ ਹੈ। ਸਰ ਇਸ ਤੋਂ ਪਹਿਲਾਂ ਪੰਜਾਬ ਨੇ ਦੇਖਿਆ ਕਿ ਆਪਦੇ ਜਿਹੜੇ ਲੀਡਰ ਹੁੰਦੇ ਸੀਗੇ ਇਹਨਾਂ ਦੇ ਉਹ ਡਾਕਾ ਮਗਰੋਂ ਵੱਜਦਾ ਸੀਗਾ, ਪਹਿਲਾਂ ਕਲੀਨ ਚਿੱਟਾ ਕੱਢ ਕੇ ਫੜਾ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਇਹ ਸਰਕਾਰ ਨੇ ਚਾਹੇ ਕੋਈ ਬਗਾਨਾ ਸਿਆਸੀ ਲੀਡਰ ਹੋਵੇ, ਚਾਹੇ ਕੋਈ ਆਪਣਾ ਹੋਵੇ, ਚਾਹੇ ਕੋਈ ਭ੍ਰਿਸ਼ਟ ਅਧਿਕਾਰੀ ਹੋਵੇ, ਉੱਪਰ ਤੋਂ ਲੈ ਕੇ ਥੱਲੇ ਤੱਕ, ਛੋਟੇ ਤੋਂ ਲੈ ਕੇ ਵੱਡੇ ਤੱਕ ਹਰੇਕ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ। ਤੇ ਅੱਜ ਜੇ ਕੋਈ ਕਰਪਸ਼ਨ ਕਰਨ ਦੀ ਸੋਚਦਾ ਵੀ ਹੈ ਤੇ ਉਹਨੂੰ ਕਾਂਬਾ ਛਿੜ ਜਾਂਦਾ। ਇਹ ਮੈਂ ਸਮਝਦਾ ਕਿ ਸਾਡੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਇਹਨਾਂ 3 ਮਹੀਨਿਆਂ ਦੇ ਵਿੱਚ। ਇਸੇ ਤਰੀਕੇ ਦੇ ਨਾਲ ਸਰ ਆਮ ਆਦਮੀ ਪਾਰਟੀ ਦਾ ਸਭ ਤੋਂ ਵੱਡਾ ਏਜੰਡਾ ਹੈਲਥ ਔਰ ਐਜੂਕੇਸ਼ਨ ਸਿਸਟਮ। ਹੈਲਥ ਦੇ ਵਿੱਚ ਸਰਕਾਰ ਨੇ ਪ੍ਰੋਮਿਸ ਕੀਤਾ ਸੀਗਾ ਕਿ ਅਸੀਂ 16,000 ਮੁਹੱਲਾ ਕਲੀਨਿਕ ਨੇ ਜਿਹੜੇ ਪਿੰਡਾਂ ਦੇ ਵਾਰਡਾਂ ਦੇ ਵਿੱਚ ਸ਼ੁਰੂ ਕਰਾਂਗੇ ਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਫਸਟ ਫੇਜ਼ ਦੇ ਵਿੱਚ 75 ਦੇ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ, ਜਗ੍ਹਾ ਦੀ ਆਇਡੈਂਟੀਫਿਕੇਸ਼ਨ ਹੋ ਚੁੱਕੀ ਤੇ ਉਹ ਪ੍ਰੋਸੈਸ ਜਲਦੀ ਹੀ ਪੂਰਾ ਹੋ ਜਾਵੇਗਾ। ਸਰ ਇਹਦੇ ਨਾਲ ਹੀ ਰੋਡ ਕੈਜੁਅਲਿਟੀ ਜਦੋਂ ਹੋ ਜਾਂਦੀਆਂ ਨੇ, ਨਾਰਮਲੀ ਦੇਖਿਆ ਕਿ ਕੈਜੁਅਲਿਟੀ ਹੋ ਗਈ ਚੱਕਦੇ ਨਹੀਂ ਹੈਗੇ ਲੋਕ ਜਿਹਦਾ ਐਕਸੀਡੈਂਟ ਹੋਇਆ ਹੁੰਦਾ ਹੈ। ਦਿੱਲੀ ਸਰਕਾਰ ਨੇ ਇੱਕ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਸੀਗੀ ਤੇ ਉਹ ਵੀ ਸਾਡੀ ਸਰਕਾਰ ਕਮਿਟਡ ਹੈ ਕਿ ਉਹ ਸਕੀਮ ਵੀ ਇੱਥੇ ਉਸ ਤੋਂ ਹੀ ਬਲਕਿ ਇਨਫੈਕਟ ਬੈਟਰ ਸਕੀਮ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਵੇਗੀ। ਸਰ ਇਸੇ ਤਰੀਕੇ ਦੇ ਨਾਲ ਐਜੂਕੇਸ਼ਨ ਮੈਂ ਸਮਝਦਾ ਕਿ ਸਭ ਤੋਂ ਵੱਡਾ ਸਰਮਾਇਆ ਜਿਹੜਾ ਉਹ ਐਜੂਕੇਸ਼ਨ ਹੁੰਦਾ ਹੈ ਔਰ ਸਰਕਾਰ ਕਮਿਟਡ ਹੈ ਇਸ ਗੱਲ ਦੇ ਵਿੱਚ ਔਰ ਉਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਹੁਣ ਮੀਥੇਰ ਜੀ ਵੀ ਸਾਡੇ ਐਜੂਕੇਸ਼ਨ ਮਿਨਿਸਟਰ ਸਾਹਿਬ ਦੱਸ ਕੇ ਗਏ ਨੇ ਕਿ ਜਿਹੜੀਆਂ ਖਾਲੀ ਪੋਸਟਾਂ ਨੇ ਉਹਨਾਂ ਨੂੰ ਭਰਨ ਦਾ ਪ੍ਰੋਸੈਸ ਹੈ ਜਿਹੜਾ ਉਹ ਅੰਡਰਵੇ ਹੈ। ਰੈਗੂਲਰਾਈਜੇਸ਼ਨ ਜਿਹੜੀ ਟੀਚਰਸ ਦੀ ਹੈਗੀ ਉਹਨਾਂ ਦੇ ਉੱਪਰ ਵੀ ਕੰਮ ਚੱਲ ਰਿਹਾ ਹੈ
ਔਰ ਸਭ ਤੋਂ ਖਾਸ ਤੌਰ ਤੇ ਗੱਲ, ਜਿਹੜੇ ਟੀਚਰਸ ਐਕਸੈਲ ਕਰਦੇ ਨੇ, ਚੰਗੇ ਟੀਚਰਸ ਨੇ, ਉਹਨਾਂ ਨੂੰ ਅਬਰੋਡ ਤੋਂ ਟ੍ਰੇਨਿੰਗ ਦਿਵਾਉਣ ਦੇ ਲਈ ਸਰਕਾਰ ਪਾਬੰਦ ਹੈ, ਔਰ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਵੀ ਸਰਕਾਰ ਵੱਲੋਂ ਚੱਲ ਰਿਹਾ। ਔਰ ਇੱਕ ਟਰਾਂਸਫਰ ਪਾਲਿਸੀ ਹੈ ਜਿਹੜੀ ਉਹ ਆਨਲਾਈਨ ਟਰਾਂਸਪੇਰੈਂਟ ਆਨਲਾਈਨ ਪਾਲਿਸੀ ਹੈ ਜਿਹੜੀ ਉਹ ਚੱਲ ਰਹੀ ਹੈ, ਔਰ 100% ਜਿਹੜੀਆਂ ਟਰਾਂਸਫਰਸ ਨੇ ਉਹਦੇ ਮੁਤਾਬਕ ਹੋਣੀਆਂ ਨੇ। ਔਰ ਖਾਸ ਤੌਰ ਤੇ ਜਿਹੜੇ ਟੀਚਰਸ ਨੇ ਉਹਨਾਂ ਦੇ ਫੈਮਿਲੀ ਮੈਂਬਰਸ ਦੇ ਲਈ ਮੈਡੀਕਲ ਕੈਸ਼ਲੈਸ ਮੈਡੀਕਲ ਫੈਸਿਲਿਟੀਜ਼ ਨੇ ਜਿਹੜੀਆਂ, ਉਹਦੀ ਪ੍ਰੋਵੀਜ਼ਨ ਸਰਕਾਰ ਨੇ ਕਮਿਟ ਕੀਤੀ ਹੈ, ਤੇ ਉਹ ਵੀ ਪ੍ਰੋਸੈਸ ਹੈ ਜਿਹੜਾ ਉਹ ਅੰਡਰਵੇ ਹੈ। ਸਰ, ਇਸੇ ਤਰੀਕੇ ਦੇ ਨਾਲ ਸਾਡੀ ਸਰਕਾਰ ਨੇ ਇਲੈਕਸ਼ਨਸ ਤੋਂ ਪਹਿਲਾਂ ਪਾਰਟੀ ਨੇ ਵਾਅਦਾ ਕੀਤਾ ਸੀਗਾ, ਖੁਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇੱਥੇ ਆਏ ਸੀ, ਉਹਨਾਂ ਨੇ ਵਾਅਦਾ ਕੀਤਾ ਸੀ, ਮਾਨ ਸਾਹਿਬ ਨੇ ਗਰੰਟੀ ਦਿੱਤੀ ਸੀ ਕਿ 300 ਯੂਨਿਟ ਬਿਜਲੀ ਹੈ ਜਿਹੜੀ ਪਰ ਮੰਥ ਉਹ ਹਰ ਘਰ ਨੂੰ ਦਿੱਤੀ ਜਾਏਗੀ, ਜਿਹਦੇ ਤਹਿਤ 80% ਹਾਊਸ ਹੋਲਡਸ ਨੇ ਜਿਹੜੇ ਉਹਨਾਂ ਨੂੰ ਬੈਨੀਫਿਟ ਹੋਏਗਾ। ਤੇ ਸਰਕਾਰ ਆਲਰੇਡੀ ਮਾਨ ਸਾਹਿਬ ਅਨਾਉਂਸ ਕਰ ਚੁੱਕੇ ਨੇ ਕਿ ਉਹ 1 ਜੁਲਾਈ ਤੋਂ ਹਰ ਘਰ ਨੂੰ ਦਿੱਤੀ ਜਾਏਗੀ, ਜਿਹਦੇ ਨਾਲ 80% ਘਰਾਂ ਨੂੰ ਫਾਇਦਾ ਜਿਹੜਾ ਉਹ ਹੋਏਗਾ। ਸਰ, ਜਿਹੜੇ ਲੋਕਾਂ ਦੇ ਪਿਛਲੀਆਂ ਸਰਕਾਰਾਂ ਦੀਆਂ ਮਾੜੀ ਔਰ ਗਲਤ ਪਾਲਿਸੀਜ਼ ਦੀ ਵਜ੍ਹਾ ਕਰਕੇ ਵੱਡੇ ਵੱਡੇ ਬਿੱਲ ਬਕਾਇਆ ਪਏ ਸੀਗੇ, ਉਹਨਾਂ ਦੇ ਜਿਹੜੇ ਡਿਸਕਨੈਕਸ਼ਨਸ ਹੋ ਚੁੱਕੇ ਸੀਗੇ, ਉਹਨਾਂ ਨੂੰ ਰਿਜ਼ਿਊਮ ਆਲਰੇਡੀ ਕੀਤਾ ਜਾ ਚੁੱਕਿਆ ਹੈ। ਸਰ, ਇਸੇ ਤਰੀਕੇ ਦੇ ਨਾਲ ਸਰਕਾਰ, ਸਾਡੀ ਪਾਰਟੀ ਨੇ ਵਾਅਦਾ ਕੀਤਾ ਸੀਗਾ ਔਰ ਸਰਕਾਰ ਨੇ ਕਮਿਟਮੈਂਟ ਕੀਤੀ ਹੈ ਇਸ ਗਵਰਨਰਸ ਐਡਰੈਸ ਦੇ ਵਿੱਚ ਕਿ ਆਉਣ ਵਾਲੇ 2-3 ਸਾਲਾਂ ਦੇ ਵਿੱਚ 100% 24 ਆਵਰ ਸਪਲਾਈ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਹੋ ਜਾਏਗਾ। ਉਹਦੇ ਲਈ ਥੋੜਾ ਇਨਫਰਾਸਟ੍ਰਕਚਰ ਅਪਗ੍ਰੇਡੇਸ਼ਨ ਦੀ ਜ਼ਰੂਰਤ ਹੈ। ਸਰਕਾਰ ਉਹਦੇ ਉੱਪਰ ਵੱਡੇ ਪੱਧਰ ਦੇ ਉੱਪਰ ਕੰਮ ਹੈ ਜਿਹੜਾ ਉਹ ਕਰ ਰਹੀ ਹੈ। ਸਰ, ਐਗਰੀਕਲਚਰ, ਖੇਤੀਬਾੜੀ, ਕਿਸਾਨ ਰੀੜ੍ਹ ਦੀ ਹੱਡੀ ਹੈ ਪੰਜਾਬ ਦੀ ਇਕਨੋਮੀ ਦੀ, ਔਰ ਮੈਂ ਸਮਝਦਾ ਕਿ ਹੁਣ ਤੱਕ ਕਿਸਾਨਾਂ ਤੋਂ ਗੁੰਮਰਾਹ ਕਰਕੇ ਵੋਟਾਂ ਤਾਂ ਲਈਆਂ ਜਾਂਦੀਆਂ ਰਹੀਆਂ, ਪਰ ਕਿਸਾਨੀ ਨੂੰ ਲਾਹੇਵੰਦ ਧੰਦਾ ਕਿਵੇਂ ਬਣਾਉਣਾ ਹੈ, ਉਸ ਨੂੰ ਫਸਲੀ ਚੱਕਰ ਦੇ ਵਿੱਚੋਂ ਕਿਵੇਂ ਕੱਢਣਾ ਹੈ, ਇਹਦੇ ਬਾਰੇ, ਔਰ ਪਾਣੀ ਨੂੰ ਕਿਵੇਂ ਬਚਾਉਣਾ, ਇਹਦੇ ਬਾਰੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਪਹਿਲੀ ਵਾਰੀ ਕਮਾਲ ਦੇ ਇਨੀਸ਼ੀਏਟਿਵ ਲਿੱਤੇ ਨੇ, ਬਹੁਤ ਵੱਡੇ ਬੋਲਡ ਸਟੈਪਸ ਲਏ ਨੇ, ਜਿਹਦੇ ਤਹਿਤ DSR ਯਾਨੀ ਕਿ ਸਿੱਧੀ ਬਿਜਾਈ ਨੂੰ ਡਾਇਰੈਕਟ ਸੀਡਿੰਗ ਆਫ ਰਾਈਸ ਦੇ ਵਿੱਚ 1500 ਰੁਪਏ ਪ੍ਰਤੀ ਏਕੜ ਦੇਣ ਦਾ ਇਨਸੈਂਟਿਵ ਦੇਣ ਦਾ ਵਾਅਦਾ ਜਿਹੜਾ ਉਹ ਕੀਤਾ ਔਰ ਦਿੱਤਾ ਜਾ ਰਿਹਾ ਹੈ। ਇਸੇ ਤਰੀਕੇ ਦੇ ਨਾਲ ਡਾਇਵਰਸੀਫਿਕੇਸ਼ਨ MSP ਮੂੰਗੀ ਤੇ, ਸਰ ਮੂੰਗੀ ਤੇ ਪਹਿਲੀ ਵਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਕਿਸਾਨ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਮੂੰਗੀ ਔਰ ਬਾਕੀ ਫਸਲਾਂ ਦੇ ਵੱਲ ਵਧੇ। ਇਸੇ ਤਰੀਕੇ ਦੇ ਨਾਲ ਸਰ ਗੁਲਾਬੀ ਸੁੰਡੀ ਦੇ ਕਾਰਨ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਸੀਗਾ। 101 ਕਰੋੜ ਦਾ ਕੰਪਨਸੇਸ਼ਨ ਹੈ ਜਿਹੜਾ ਉਹ ਸਰਕਾਰ ਨੇ ਅਨਾਉਂਸ ਕੀਤਾ ਔਰ ਦਿੱਤਾ ਗਿਆ ਹੈ। ਸਰ, ਇਸੇ ਤਰੀਕੇ ਦੇ ਨਾਲ ਮੈਡੀਕਲ ਐਜੂਕੇਸ਼ਨ, ਮੈਂ ਸਮਝਦਾ ਕਿ ਹੈਲਥ ਔਰ ਐਜੂਕੇਸ਼ਨ ਦੇ ਸੈਕਟਰਸ ਦੇ ਵਿੱਚ ਮੈਡੀਕਲ ਐਜੂਕੇਸ਼ਨ ਮੇਜਰ ਰੋਲ ਅਦਾ ਕਰਦਾ ਹੈ, ਔਰ ਇਹਦੇ ਤਹਿਤ ਮਸਤੋਆਣਾ ਸਾਹਿਬ ਵਿਖੇ ਭਗਵੰਤ ਮਾਨ ਜੀ ਨੇ ਖੁਦ ਆਪ ਮੈਡੀਕਲ ਕਾਲਜ ਦੀ ਸ਼ੁਰੂਆਤ ਕਰਨ ਦੀ ਅਨਾਉਂਸਮੈਂਟ ਹੈ ਜਿਹੜੀ ਉਹ ਕੀਤੀ, ਔਰ ਇਹਦੇ ਲਈ ਪ੍ਰੋਸੈਸ ਹੈ ਉਹ ਇਨੀਸ਼ੀਏਟ ਹੋ ਚੁੱਕਿਆ ਹੈ। ਸਰਕਾਰ ਦੇ ਨੇ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ ਹੈ। ਸਰ, ਇਸੇ ਤਰੀਕੇ ਦੇ ਨਾਲ ਐਮਪਲੋਇਮੈਂਟ, ਜੌਬ ਕ੍ਰੀਏਸ਼ਨ ਨੇ ਜਿਹੜੀਆਂ ਉਹ ਪਹਿਲੀ ਵਾਰ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਉਹਨਾਂ ਦੀ ਸਰਕਾਰ ਦੇ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਹੋਏਗਾ। ਤੇ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਪਹਿਲੀ ਹੀ ਕੈਬਨਿਟ ਮੀਟਿੰਗ ਦੇ ਵਿੱਚ ਜਿਹੜਾ ਇਸ ਗਵਰਨਰਸ ਐਡਰੈਸ ਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ 25,000 ਤੋਂ ਵੀ ਵੱਧ ਨੌਕਰੀਆਂ ਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਹੋ ਚੁੱਕੀ ਹੈ, ਔਰ ਕੰਮ ਉਹਦੇ ਉੱਪਰ ਜੰਗੀ ਪੱਧਰ ਦੇ ਉੱਪਰ ਚੱਲ ਰਿਹਾ ਹੈ। ਸਰ, ਇੰਡਸਟਰੀ ਜਾਂ ਬਿਜ਼ਨਸ ਕਮਿਊਨਿਟੀ ਮੈਂ ਸਮਝਦਾ ਕਿ ਕਿਸੇ ਵੀ ਇਕਨੋਮੀ ਦੀ ਰੀੜ੍ਹ ਦੀ ਹੱਡੀ ਹੁੰਦੇ ਨੇ, ਔਰ ਇਸ ਗਵਰਨਰ ਐਡਰੈਸ ਦੇ ਵਿੱਚ ਸਾਡੀ ਸਰਕਾਰ ਨੇ ਇਹ ਫੈਸਲਾ ਕੀਤਾ, ਕਮਿਟ ਕੀਤਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਵਾਂ ਟੈਕਸ ਹੈ ਜਿਹੜਾ ਉਹ ਨਹੀਂ ਲਾਇਆ ਜਾਏਗਾ। ਸਪੈਸ਼ਲ ਕਮਿਸ਼ਨ ਹੈ ਜਿਹੜਾ ਉਹ ਬਿਜ਼ਨਸ ਕਮਿਊਨਿਟੀ ਦੇ ਲਈ ਉਹ ਬਣਾਇਆ ਜਾਏਗਾ, ਔਰ ਜਿਹਦੇ ਵਿੱਚ ਬਿਜ਼ਨਸ ਕਮਿਊਨਿਟੀ ਦੇ ਲੋਕ ਹੀ ਮੈਂਬਰ ਹੋਣਗੇ ਤਾਂ ਕਿ ਉਹੀ ਆਪਣੇ ਇਸ਼ੂਜ਼ ਨੇ, ਜਿਹੜੇ ਪ੍ਰੋਬਲਮਸ ਨੇ ਉਹ ਦੱਸ ਸਕਣ ਤੇ ਉਹੀ ਹੱਲ ਹੈ ਜਿਹੜਾ ਉਹ ਸਰਕਾਰ ਨੂੰ ਸੁਝਾਅ ਦੇ ਸਕਣ ਤੇ ਉਹਨਾਂ ਦੇ ਮੁਤਾਬਕ ਹੀ ਪਾਲਿਸੀਜ਼ ਨੇ ਜਿਹੜੀਆਂ ਉਹ ਬਣਨਗੀਆਂ। ਔਰ ਇੰਡਸਟਰੀਅਲ ਇਨਫਰਾਸਟ੍ਰਕਚਰ ਦੀ ਅਪਗ੍ਰੇਡੇਸ਼ਨ ਦੀ ਗੱਲ ਵੀ ਸਰਕਾਰ ਵੱਡੇ ਪੱਧਰ ਦੇ ਉੱਪਰ ਇਹਦੇ ਵਿੱਚ ਕਮਿਟ ਕੀਤਾ ਤੇ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਸਰ, ਇਸੇ ਤਰੀਕੇ ਦੇ ਨਾਲ ਜਿਹੜੀਆਂ ਬੇਸਿਕ ਸਰਵਿਸਿਜ਼ ਡਿਲੀਵਰੀ ਨੇ, ਆਮ ਲੋਕ ਜਿਹੜੇ ਛੋਟੇ ਛੋਟੇ ਕੰਮਾਂ ਪਿੱਛੇ
ਦਫ਼ਤਰਾਂ ਦੇ ਵਿੱਚ ਖੱਜਲ ਖੁਆਰ ਹੁੰਦੇ ਰਹਿੰਦੇ ਨੇ ਔਰ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੁੰਦੇ ਨੇ। ਸਰ ਉਸ ਰੈੱਡ ਟੇਪਿਜ਼ਮ ਨੂੰ, ਲਾਲ ਫੀਤਾਸ਼ਾਹੀ ਨੂੰ ਖਤਮ ਕਰਨ ਦੇ ਲਈ ਸਰਕਾਰ ਵੱਲੋਂ ਬਹੁਤ, ਆਪਾਂ ਵੀ 5 ਸਾਲ ਜਦੋਂ ਇੱਧਰ ਸੀਗੇ ਆਪਾਂ ਵੀ ਇਸ਼ੂ ਰੇਜ਼ ਕਰਦੇ ਰਹੇ ਕਿ ਆਟਾ ਦਾਲ ਦੇ ਬਾਕੀ ਸਰਵਿਸਿਜ਼ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਖੱਜਲ ਖੁਆਰੀ ਹੁੰਦੀ ਹੈ। ਆਟਾ ਦਾਲ ਦੇ ਵਿੱਚ ਵੀ ਬਹੁਤ ਤਰੀਕੇ ਦੀਆਂ ਤਰੁੱਟੀਆਂ ਨੇ, ਜਿਹਨੂੰ ਸਰਕਾਰ ਨੇ ਫੈਸਲਾ ਕੀਤਾ ਕਿ ਰਾਸ਼ਨ ਹੈ ਜਿਹੜਾ ਉਹ ਡੋਰ ਸਟੈਪ ਡਿਲੀਵਰੀ ਹੈ ਉਹਦੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਸ਼ੁਰੂ ਕੀਤੀ ਜਾਏਗੀ। ਤੇ ਇਹਦਾ ਪ੍ਰੋਸੈਸ ਹੈ ਉਹ ਅੰਡਰਵੇ ਹੈ ਔਰ ਇਹ ਜਲਦੀ ਹੀ ਲੋਕਾਂ ਨੂੰ ਫੈਸਿਲਿਟੀ ਹੈ ਜਿਹੜੀ ਉਹਨਾਂ ਦੇ ਘਰ ਬੈਠਿਆਂ ਨੂੰ ਦਿੱਤੀ ਜਾਏਗੀ। ਸਰ ਸ਼ਹੀਦ ਜਿਹੜੇ ਫੌਜੀ ਨੇ ਉਹਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਦਿੱਲੀ ਦੀ ਤਰਜ਼ ਦੇ ਉੱਪਰ ਮਾਨ ਸਾਹਿਬ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਐਕਸ ਗ੍ਰੇਸ਼ੀਆ ਗ੍ਰਾਂਟ ਹੈ ਜਿਹੜੀ, ਜਿਨ੍ਹਾਂ ਨੂੰ ਪਾਉਣ ਦੇ ਲਈ ਪਿਛਲੀਆਂ ਸਰਕਾਰਾਂ ਦੇ ਵਿੱਚ ਉਹਨਾਂ ਪਰਿਵਾਰ ਜਿਹੜੇ ਕਿ ਆਲਰੇਡੀ ਆਪਣਾ ਜੀ ਗਵਾ ਚੁੱਕੇ ਸੀਗੇ ਉਹਨਾਂ ਨੂੰ ਧੱਕੇ ਖਾਣੇ ਪੈਂਦੇ ਸੀਗੇ, ਘਰ ਬੈਠਿਆਂ 1 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਹੈ ਜਿਹੜੀ ਉਹ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਦੇਣ ਦਾ ਫੈਸਲਾ ਜਿਹੜਾ ਉਹ ਕੀਤਾ ਗਿਆ। ਸਰ ਇਸੇ ਤਰੀਕੇ ਦੇ ਨਾਲ ਟਰਾਂਸਪੋਰਟ ਮਾਫੀਆ ਲੰਮੇ ਸਮੇਂ ਤੋਂ ਪੋਲੀਟੀਕਲ ਪੈਟਰਨੇਜ ਦੇ ਨਾਲ ਇਹ ਚੱਲਦਾ ਆਇਆ, ਇਹਦੇ 'ਚ ਵੱਡੇ ਪੱਧਰ ਦੇ ਉੱਪਰ ਸ਼ੁਰੂਆਤ ਹੈ ਜਿਹੜੀ ਉਹ ਹੋ ਚੁੱਕੀ ਹੈ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਤੋਂ ਤਕਰੀਬਨ ਹਫ਼ਤਾ ਪਹਿਲਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਿੱਲੀ ਤੋਂ ਆਏ, ਭਗਵੰਤ ਮਾਨ ਜੀ, ਇਹਨਾਂ ਨੇ ਜੋ ਟਰਾਂਸਪੋਰਟ ਵੱਡੇ ਘਰਾਣੇ ਦੀਆਂ ਗੱਡੀਆਂ ਔਰ ਤਕਰੀਬਨ 3500 4000 5000 ਦਿੱਲੀ 에ਅਰਪੋਰਟ ਤੱਕ ਲਿਆ ਜਾਂਦਾ ਸੀਗਾ, ਉਹਨੂੰ ਉਹਦੇ ਨੱਥ ਪਾਉਣ ਦੇ ਲਈ PRTC ਵੱਲੋਂ, ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਇਹਨਾਂ ਸ਼ਹਿਰਾਂ ਤੋਂ ਦਿੱਲੀ 에ਅਰਪੋਰਟ ਨੂੰ ਬੱਸ ਸਰਵਿਸ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ, ਜਿਹਦੇ ਵਿੱਚ ਕਿਰਾਇਆ 3500 4000 ਜਾਂ 5000 ਨਹੀਂ, ਮਹਿਜ਼ 1100 ਤੋਂ ਲੈ ਕੇ 1300 ਰੁਪਏ ਤੱਕ ਜਿਹੜਾ ਫਿਕਸ ਕੀਤਾ ਗਿਆ, ਜਿਹਦੇ ਨਾਲ ਵੱਡੀ ਰਾਹਤ ਹੈ ਜਿਹੜੀ ਉਹ ਮਿਲੇਗੀ ਪੰਜਾਬ ਦੇ ਲੋਕਾਂ ਨੂੰ। ਔਰ ਪਾਣੀ ਸਰ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਾਤਾ, ਪੰਜਾਬ 5 ਆਬਾਂ ਦੀ ਧਰਤੀ ਹੈ, ਪਰ ਬਦਕਿਸਮਤੀ ਦੇ ਨਾਲ ਹਰ ਸਾਲ ਪੰਜਾਬ ਦਾ ਪਾਣੀ ਤਕਰੀਬਨ 1.5 ਮੀਟਰ ਦੇ ਕਰੀਬ ਉਹ ਨੀਚੇ ਜਾ ਰਿਹਾ ਤੇ ਇਸ ਨੂੰ ਬਚਾਉਣ ਦੇ ਲਈ ਨਹੀਂ, ਰਿਪੋਰਟ ਮੁਤਾਬਕ, ਸੈਂਟਰਲ ਗਵਰਨਮੈਂਟ ਦੀ ਰਿਪੋਰਟ ਮੁਤਾਬਕ ਆਉਣ ਵਾਲੇ 15-20 ਸਾਲਾਂ ਦੇ ਵਿੱਚ ਪੰਜਾਬ ਰੇਗਿਸਤਾਨ ਬਣ ਜਾਏਗਾ ਤੇ ਉਹਨੂੰ, ਉਸ ਪਾਣੀ ਨੂੰ ਬਚਾਉਣ ਦੇ ਲਈ ਇਨਸੈਂਟਿਵ ਜਿਹੜਾ ਦਿੱਤਾ ਜਾ ਰਿਹਾ DSR ਦੇ ਲਈ 1500 ਰੁਪਏ ਪਰ ਏਕੜ ਉਹ ਸਰਕਾਰ ਵੱਲੋਂ ਇਨੀਸ਼ੀਏਟ ਕੀਤਾ ਗਿਆ। ਔਰ ਸਭ ਤੋਂ ਵੱਡੀ ਗੱਲ ਸਰ ਇਕੋਨਮੀ, ਕਿਉਂਕਿ ਇਕੋਨਮੀ ਕਿਸੇ ਵੀ ਚੀਜ਼ ਦੀ ਡਰਾਈਵਿੰਗ ਫੋਰਸ ਹੈ ਜਿਹੜੀ ਉਹ ਇਕੋਨਮੀ ਹੁੰਦੀ ਹੈ। ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਵਾਰੀ ਪੰਜਾਬ ਦੇ ਵਿੱਚ 70 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਹੋ ਰਿਹਾ ਹੈ ਕਿ ਲੋਕਾਂ ਤੋਂ ਜਾ ਕੇ ਉਹਨਾਂ ਦੇ ਸੁਝਾਅ ਲੈ ਕੇ, ਉਹਨਾਂ ਦੀਆਂ ਮੁਸ਼ਕਲਾਂ ਪੁੱਛ ਕੇ ਉਹਦੇ ਮੁਤਾਬਕ ਹੱਲ ਹੈ ਜਿਹੜਾ ਉਹ ਕੀਤਾ ਜਾਵੇ ਤੇ ਜਨਤਾ ਬਜਟ ਹੈ ਜਿਹੜਾ ਉਹ ਪਹਿਲੀ ਵਾਰੀ ਪੰਜਾਬ ਦੇ ਵਿੱਚ ਇਸ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਤ ਮੰਤਰੀ ਸਾਹਿਬ ਵੱਲੋਂ ਪੇਸ਼ ਕੀਤਾ ਜਾਏਗਾ। ਔਰ ਸਰ ਹਾਲਾਤ ਇੰਨੇ ਮਾੜੇ ਹੋ ਚੁੱਕੇ ਸੀਗੇ ਪਿਛਲੀਆਂ ਸਰਕਾਰਾਂ ਦੇ ਸਮੇਂ ਦੌਰਾਨ ਕਿ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਸਿਰ ਹੈ, ਜਿਹੜੇ ਬੋਰਡਸ ਔਰ ਕਾਰਪੋਰੇਸ਼ਨ ਨੇ ਉਹਨਾਂ ਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਹੈਗਾ ਕਿੰਨਾ, ਕਿਉਂਕਿ ਉਹ ਬਜਟ ਦੇ ਵਿੱਚ ਆਉਂਦੇ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਸਰ RBI ਦੀ ਜਿਹੜੀ ਸਟੇਟ ਫਾਈਨੈਂਸਿਸ ਦੀ ਰਿਪੋਰਟ ਹੈ, ਡੈਟ ਟੂ GSDP ਰੇਸ਼ੋ ਹੈ ਜਿਹੜੀ ਸਰ 42.5 ਹੁਣ ਤੱਕ ਹੋ ਚੁੱਕੀ ਹੈ ਪਿਛਲੀਆਂ ਸਰਕਾਰਾਂ ਦੀ ਵਜ੍ਹਾ ਕਰਕੇ, ਜਿਹਨੂੰ ਜਿਹੜਾ ਕਿ ਹਾਈਐਸਟ ਹੈ ਆਫਟਰ JNK, ਅਰੁਣਾਚਲ ਔਰ ਨਾਗਾਲੈਂਡ ਤੋਂ ਬਾਅਦ। ਸਰ ਮੈਂ ਕਈ ਇਸ਼ੂਜ਼ ਹੋਰ ਨੇ ਜਿਹਨੇ ਸਾਡੀ ਪਾਰਟੀ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕੀਤਾ ਸੀਗਾ ਤੇ ਇਸ ਗਵਰਨਰਸ ਐਡਰੈਸ ਤੋਂ ਵੀ ਮੈਂ ਸਮਝਦਾ ਕਿ ਵੱਧ ਕੇ ਕੰਮ ਹੈ ਜਿਹੜਾ ਹੋ ਰਿਹਾ ਹੈ। ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ ਬੜਾ ਗੁੱਸਾ ਸੀਗਾ ਕਿ ਜਿਹੜੇ ex-MLAs ਨੇ ਉਹਨਾਂ ਦੀਆਂ ਮਲਟੀਪਲ ਪੈਨਸ਼ਨਸ ਨੇ, ਇਹਦੇ ਵਾਸਤੇ ਵੀ ਸਰਕਾਰ ਨੇ ਫੈਸਲਾ ਲਿਆ, ਗਵਰਨਰ ਸਾਹਿਬ ਕੋਲ ਭੇਜਿਆ। ਚਲੋ ਗਵਰਨਰ ਸਾਹਿਬ ਨੇ ਕਿੰਨਾ ਕਾਰਨਾ ਕਰਕੇ ਬੈਸਟ ਨੋਨ ਟੂ ਹਿਮ ਉਹ ਵਾਪਸ ਕੀਤਾ, ਇਹਦੇ ਲਈ ਸਰਕਾਰ ਵਚਨਬੱਧ ਹੈ। ਸਰ ਲੈਂਡ ਮਾਫੀਆ ਲੰਬੇ ਸਮੇਂ ਤੋਂ ਜਿਹੜੇ ਇਲੀਗਲ ਐਨਕਰੋਚਮੈਂਟਸ ਹੁੰਦੀਆਂ ਰਹੀਆਂ ਪੋਲੀਟੀਕਲ ਪੈਟਰਨੇਜ ਦੇ ਨਾਲ, ਬਿਊਰੋਕ੍ਰੈਟਿਕ ਪੈਟਰਨੇਜ ਦੇ ਨਾਲ, ਮੈਨੂੰ ਖੁਸ਼ੀ ਹੁੰਦੀ ਹੈ ਔਰ ਮੈਂ ਮੁਬਾਰਕਬਾਦ ਦਿੰਦਾ ਮਾਨ ਸਾਹਿਬ ਨੂੰ, ਕੁਲਦੀਪ ਸਿੰਘ ਧਾਲੀਵਾਲ ਨੂੰ, ਕਿ ਉਹਨਾਂ ਨੇ ਤਕਰੀਬਨ 1.5 ਮਹੀਨੇ ਦੇ ਵਕਫੇ ਦੇ ਵਿੱਚ ਹੀ 6000 ਤੋਂ ਵੀ ਵੱਧ ਏਕੜ ਨੇ ਜਿਹੜੇ ਉਹ ਇਲੀਗਲ ਐਨਕਰੋਚਮੈਂਟਸ ਤੋਂ ਉਹ ਛੁਡਾ ਲਏ ਨੇ। ਔਰ ਇਸੇ ਤਰੀਕੇ ਦੇ ਨਾਲ ਸਰ ਪੰਜਾਬੀ ਮਾਂ ਬੋਲੀ, ਇਹਦੇ ਪਹਿਲੀ ਵਾਰੀ ਹੋ ਰਿਹਾ ਹੈ
ਕਿ 50% ਰਿਜ਼ਰਵ 50% ਮਾਰਕਸ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਦੇ ਵਿੱਚ ਕੰਪਲਸਰੀ ਕੀਤੇ ਗਏ ਨੇ ਜੇ ਪੰਜਾਬ ਦੇ ਵਿੱਚ ਤੁਸੀਂ ਨੌਕਰੀ ਲੈਣੀ ਹੈ। ਸਰ ਇਹ ਇਨੀਸ਼ੀਏਟਿਵ ਨੇ ਜਿਹੜੇ ਸਾਡੀ ਸਰਕਾਰ ਨੇ ਲਏ ਨੇ, ਇਤਿਹਾਸਿਕ ਇਨੀਸ਼ੀਏਟਿਵ ਨੇ। 2.5-3 ਮਹੀਨਿਆਂ ਦੇ ਵਿੱਚ ਮੈਂ ਸਮਝਦਾ ਕਿ ਜੋ ਕਈਆਂ ਸਾਲਾਂ ਦੇ ਵਿੱਚ ਨਹੀਂ ਹੋਇਆ ਉਹ ਇਹਨਾਂ 2.5-3 ਮਹੀਨਿਆਂ ਦੇ ਵਿੱਚ ਹੋਇਆ। ਸਰ ਹੁਣ ਮੇਰੇ ਬਹੁਤ ਹੀ ਸਤਿਕਾਰਯੋਗ ਸਾਰੇ ਆਪੋਜੀਸ਼ਨ ਦੇ ਸਾਥੀ ਗੱਲ ਕਰ ਰਹੇ ਸੀਗੇ ਲਾਅ ਐਂਡ ਆਰਡਰ ਦੀ। ਸਰ ਇਹਦੇ 'ਚ ਕੋਈ ਸ਼ੱਕ ਨਹੀਂ, ਮੈਂ ਬਾਜਵਾ ਸਾਹਿਬ ਦੀ ਗੱਲ ਨਾਲ 100% ਸਹਿਮਤ ਹਾਂ ਕਿ ਜੇ ਜਾਨ ਹੈ ਤਾਂ ਜਹਾਨ ਹੈ। ਲਾਅ ਐਂਡ ਆਰਡਰ ਬਹੁਤ ਇੰਪੋਰਟੈਂਟ ਇਸ਼ੂ ਹੈ ਤੇ ਉਹਦੇ ਉੱਪਰ ਡਿਸਕਸ਼ਨ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਪਰ ਸਰ ਮੈਂ ਇਹਦੇ 'ਚ ਮੈਂ ਕੋਈ ਇਹ ਨਹੀਂ ਕਹਿੰਦਾ ਹੈਗਾ ਕਿ ਤੁਹਾਡਾ ਜਿਹੜਾ ਸਵਾਲ ਹੈ ਜਾਂ ਤੁਹਾਡਾ ਕੰਸਰਨ ਹੈ ਉਹ ਗਲਤ ਹੈ, ਪਰ ਸਰ ਇਹਨੂੰ ਇੱਕ ਵਾਈਡਰ ਪਰਸਪੈਕਟਿਵ ਦੇ ਵਿੱਚ ਦੇਖਣ ਦੀ ਅੱਜ ਲਾਅ ਐਂਡ ਆਰਡਰ ਨੂੰ ਲੋੜ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਜੋ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਬਹੁਤ ਪਪੂਲੈਰਿਟੀ, ਸਿੱਧੂ ਮੂਸੇਵਾਲਾ, ਉਹਨਾਂ ਦਾ ਬੜਾ ਦਰਦਨਾਕ ਕਤਲ ਹੋਇਆ। ਉਸ ਤੋਂ ਬਾਅਦ ਇੱਕ ਵੈਸੇ ਵੀ ਮਾਹੌਲ ਹੈ ਜਿਹੜਾ ਉਹ ਲਾਅ ਐਂਡ ਆਰਡਰ ਦੇ ਉੱਪਰ ਕਾਫੀ ਰੇਜ਼ ਕੀਤਾ ਗਿਆ। ਪਰ ਮੈਂ ਸਰ ਇਹ ਕਹਿਣਾ ਚਾਹੁੰਦਾ, ਇਹ ਪੁੱਛਣਾ ਚਾਹੁੰਦਾ ਅੱਜ ਤੁਹਾਡੇ ਜ਼ਰੀਏ ਆਪੋਜੀਸ਼ਨ ਨੂੰ, ਸਾਰਿਆਂ ਨੂੰ ਔਰ ਪੂਰੇ ਪੰਜਾਬ ਨੂੰ, ਕਿ ਕੀ ਸਰ ਇਹ ਜੋ ਅੱਜ ਲਾਅ ਐਂਡ ਆਰਡਰ ਦੀ ਮੇਰੇ ਸਤਿਕਾਰਯੋਗ ਵੀਰ ਗੱਲ ਕਰਦੇ ਨੇ, ਕੀ ਇਹ 3 ਮਹੀਨਿਆਂ ਦੇ ਭਗਵੰਤ ਮਾਨ ਜੀ ਦੀ ਸਰਕਾਰ ਦੀ ਦੇਣ ਹੈ? ਸਰ ਇਹ ਉਹ ਕੰਡੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿਜੇ ਹੋਏ ਨੇ, ਅਸੀਂ ਤਾਂ ਸਿਰਫ ਔਰ ਸਿਰਫ ਉਹਨਾਂ ਨੂੰ ਚੁਗਣ ਲੱਗੇ ਹੋਏ ਹਾਂ। ਸਰ ਮੇਰੇ ਤੋਂ ਇੱਕ ਮਿੰਟ ਰਾਜਾ ਜੀ, ਐ ਨਾ ਕਰੋ, ਇੱਕ ਬੋਲ ਲੈਣ ਦੋ ਬੋਲੋ ਆਪਾਂ। ਹਾਂਜੀ ਅਰੋੜਾ ਸਾਹਿਬ ਬੋਲੋ। ਰਾਜਾ ਵੜਿੰਗ। बहुत ही सत्कारयोग स्पीकर साहब, मेरे साथी मेरे कुलीग ने चिंता जाहिर की लॉ एंड ऑर्डर की, ਤੇ ਅਸੀਂ ਵੀ ਤੁਹਾਡੇ ਤੋਂ ਇਹ ਮੰਗ ਕਰ ਰਹੇ ਸੀ ਕਿ ਗਵਰਨਰ ਐਡਰੈਸ ਦੇ ਵਿੱਚ तमाम ਚੀਜ਼ਾਂ ਅਸੀਂ ਦੱਸ ਨਹੀਂ ਸਕਾਂਗੇ ਲਾਅ ਐਂਡ ਆਰਡਰ ਤੇ ਕੀ ਹੋਇਆ। ਪਰ ਜਿਸ ਪ੍ਰਕਾਰ ਇਹਨਾਂ ਨੇ ਹੁਣ ਗੱਲ ਸ਼ੁਰੂ ਕਰ ਲਈ, ਇਹਨਾਂ ਨੇ ਕਿਹਾ ਕਿ ਮੇਰੇ ਆਪੋਜੀਸ਼ਨ ਦੇ ਸਾਥੀ ਦੱਸਣ ਜਿਹੜੇ ਚਰਚਿਤ ਮਰਡਰ ਦੀ ਇਹ ਗੱਲ ਕਰ ਰਹੇ ਨੇ, ਸਾਡੀ ਸਰਕਾਰ ਨੇ ਉਹਨੂੰ 10 ਸਿਕਿਉਰਿਟੀ ਗਾਰਡਸ ਦਿੱਤੇ ਗਏ ਸੀ। ਉਸ ਬੰਦੇ ਨੂੰ ਆਈਬੀ ਤੋਂ 1 ਸਾਲ ਪਹਿਲਾਂ ਇੱਥੇ ਇਨਫੋਰਮੇਸ਼ਨ ਆਈ ਕਿ ਉਸ ਬੰਦੇ ਨੂੰ ਹਾਈਐਸਟ ਥ੍ਰੈਟ ਹੈਗਾ, ਉਸ ਬੰਦੇ ਦੀ ਜਾਨ ਨੂੰ ਖਤਰਾ ਹੈ। ਫਿਰ 1 ਮਹੀਨਾ ਪਹਿਲਾਂ ਇੱਕ ਸ਼ਾਹਰੁਖ ਖਾਨ ਦਾ ਵਿਅਕਤੀ ਜਿਹੜਾ ਦਿੱਲੀ ਕ੍ਰਾਈਮ ਨੇ ਪੁਲਿਸ ਵਾਲਿਆਂ ਨੇ ਫੜਿਆ, ਉਹਨਾਂ ਨੇ ਇਤਲਾਹ ਦਿੱਤੀ ਮੌਜੂਦਾ ਡੀਜੀਪੀ ਨੂੰ ਕਿ ਇਸ ਬੰਦਾ ਰੈਕੀ ਕਰਕੇ ਆਇਆ, ਇਸ ਬੰਦੇ ਨੇ ਸਿੱਧੂ ਮੂਸੇਵਾਲੇ ਨੂੰ ਮਾਰਨਾ ਹੈ। ਪਰ ਇਹ ਕਹਿੰਦਾ ਮੈਂ ਇਸ ਕਰਕੇ ਵਾਪਸ ਆ ਗਿਆ ਕਿਉਂਕਿ ਉਹਦੇ ਕੋਲੇ ਹਥਿਆਰਬੰਦ ਬਾਡੀਗਾਰਡ ਸਨ ਜਿਨ੍ਹਾਂ ਕੋਲੇ AK-47 ਸਨ। ਤੁਸੀਂ ਉਹ 10 ਚੋਂ 6 ਉਡਾਤੇ, 4 ਰੱਖੇ, 4 ਚੋਂ ਬਿਨਾਂ ਦੇਖੇ ਤੁਸੀਂ 2 ਉਡਾਤੇ, ਔਰ ਉਡਾ ਕੇ ਜਿਹੜਾ ਕਿ ਸੀਕ੍ਰੇਟ ਡਾਕੂਮੈਂਟ ਹੈ ਤੁਸੀਂ ਆਪਦੀ ਫੇਸਬੁੱਕ ਤੇ ਪਾਤਾ ਕਿ ਅੱਜ ਅਸੀਂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ, ਔਰ ਸ਼ਾਮ ਨੂੰ ਮੂਸੇਵਾਲਾ ਸਾਹਿਬ ਦਾ ਕਤਲ ਹੋ ਜਾਂਦਾ ਹੈ। ਔਰ ਫਿਰ ਤੁਸੀਂ ਕਦੇ ਕਹਿੰਦੇ ਹੋ ਵੀ ਭਾਈ ਇਹ ਤਾਂ ਬੋਡੀ ਉਹ ਲੈ ਜਾਂਦੇ। ਇਹ ਸਰਾਸਰ ਉਹ ਤੁਸੀਂ ਇੱਕ ਜਿਹੜੀ ਲੜਕੀ ਨੂੰ, ਹਾਲਾਂਕਿ ਫੇਸਬੁੱਕ ਤੇ ਕਿਹਨੇ ਪਾਇਆ, ਕਿਉਂ ਪਾਇਆ, ਇਹ ਤੁਹਾਨੂੰ ਪਤਾ ਹੈ ਸਰਕਾਰ ਨੂੰ, ਉਸ ਲੜਕੀ ਨੂੰ ਡਿਪਾਰਟਮੈਂਟ ਦੀ ਨੂੰ ਤੁਸੀਂ ਉਹਨੂੰ ਕਹਿਦਾ ਵੀ ਇਹ ਤਾਂ ਇਹਦੀ ਗਲਤੀ ਹੋ ਗਈ। ਸੋ ਇਹ ਸਰਾਸਰ ਸਿੱਧੂ ਮੂਸੇਵਾਲੇ ਦਾ ਕਤਲ ਬਚ ਸਕਦਾ ਸੀ ਅਗਰ ਸਰਕਾਰ ਚਾਹੁੰਦੀ, ਔਰ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹੱਲਾ ਨਹੀਂ ਹੋਇਆ। 90 ਦਿਨਾਂ 'ਚ 70 ਜਾਨਾਂ ਜਾ ਚੁੱਕੀਆਂ ਜਨਾਬ। ਇਸੇ ਕਰਕੇ ਤੁਹਾਨੂੰ ਅਸੀਂ ਕਹਿੰਦੇ ਹਾਂ ਕਿ ਕਿਰਪਾ ਕਰਕੇ ਸਾਨੂੰ ਲਾਅ ਐਂਡ ਆਰਡਰ ਤੇ 1 ਘੰਟਾ ਕਮ ਸੇ ਕਮ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਪੰਜਾਬ ਦੀ ਜਨਤਾ ਸਾਨੂੰ ਲਾਈਵ ਦੇਖ ਰਹੀ ਹੈ। ਇੱਕ ਦੂਜੇ ਤੇ ਠੀਕ ਹੈ ਖਹਿਰਾ ਸਾਹਿਬ ਨੇ, ਅਸੀਂ ਅੱਜ 18 ਰਹਿ ਗਏ, ਸਾਡੀਆਂ ਗਲਤੀਆਂ ਸਨ ਬੜੀਆਂ ਹੋਣੀਆਂ, ਲੇਕਿਨ ਲਾਅ ਐਂਡ ਆਰਡਰ ਤੇ ਅਸੀਂ ਤਕੜੇ ਹੋ ਕੇ, ਭਾਵੇਂ 5 ਸਾਲ ਦੀ ਮਗਰਲੀ ਸਰਕਾਰ ਸੀ, ਇਸ ਤਰ੍ਹਾਂ ਦੇ ਦਿਨ ਨਹੀਂ ਵੇਖਣੇ ਪਏ ਜਿੱਥੇ ਮੁੱਖ ਮੰਤਰੀ ਸਾਹਿਬ ਨੂੰ, ਉਪ ਮੁੱਖ ਮੰਤਰੀ ਨੂੰ, MP ਮੈਂਬਰ ਆਫ ਪਾਰਲੀਮੈਂਟ ਨੇ ਪਰਚਾ ਦਰਜ ਕਰਾਇਆ। ਸਰਪੰਚਾਂ ਨੂੰ, ਅਸੀਂ ਛੱਡ ਦਿਓ ਸਿਆਸਤਦਾਨਾਂ ਦੀ ਗੱਲ, ਸਰਪੰਚਾਂ ਨੂੰ, ਆਮ ਲੋਕਾਂ ਨੂੰ। ਔਰ ਮੇਰਾ ਆੜਤੀਆ ਇੱਕ ਸਾਡਾ ਮੁਕਤਸਰ ਦੇ ਵਿੱਚ, ਪਰਸੋਂ ਉਹਨੂੰ ਕਾਲ ਆਈ, ਉਹਨੇ 10 ਲੱਖ ਰੁਪਇਆ ਦੇ ਦਿੱਤਾ ਹੈ। ਐਸੇ ਹਜ਼ਾਰਾਂ ਲੋਕ ਜਿਹੜੇ ਵਿਚਾਰੇ, ਅਸੀਂ ਉਹ ਗੱਲ ਕਰਨੀ ਚਾਹੁੰਦੇ ਹਾਂ। ਸੋ ਮੇਰੀ ਬੇਨਤੀ ਹੈ, ਅਗਰ ਤੁਸੀਂ ਉਸ ਦਿਨ ਵੀ ਕਿਹਾ ਕਿ ਗੈਂਗਸਟਰ ਕਾਂਗਰਸ ਦੀ ਦੇਣ ਹੈ, ਕਾਂਗਰਸ ਦੀ ਦੇਣ ਹੈ, ਹੁਣ ਤੁਸੀਂ ਆਪਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਤੁਸੀਂ ਕਹੋ
ਕਿ ਜੇ ਕਾਂਗਰਸ ਦੀ ਦੇਣਾ ਮਾਰੇ ਪਏ ਆ ਸਾਰੇ ਦੇ ਸਾਰੇ, ਇੱਕ ਵੀ ਕਤਲ ਨਹੀਂ ਹੋਣ ਦਿਆਂਗੇ। ਇਹ ਤੁਹਾਡੀ ਜ਼ਿੰਮੇਵਾਰੀ ਹੈ। ਨਾਟ ਆਫਟਰ 3 months ਯੂ ਆਰ ਸੇਇੰਗ ਕਿ ਦਿਸ ਇਜ਼ ਜਸਟ ਬਿਕਾਜ਼ ਆਫ ਦ ਕਾਂਗਰਸ ਪਾਰਟੀ। ਠੀਕ ਹੈ ਅਮਨ ਜੀ ਅਮਨ ਜੀ ਸਰ ਮੈਂ ਇੱਕ ਮਿੰਟ ਜੀ, ਇੱਕ ਮਿੰਟ ਮਾਨਯੋਗ ਸਰ- ਮੈਂਬਰ ਸਾਹਿਬਾਨ ਨੂੰ ਸ਼ਾਂਤੀ ਬਣਾ ਕੇ ਰੱਖਣੀ ਸੀਰੀਅਸ ਡਿਬੇਟ ਹੈ। ਅਮਨ ਜੀ ਸਰ ਇਸ ਤਰ੍ਹਾਂ ਹੈ ਕਿ ਮੇਰੇ ਵੀਰ ਰਾਜਾ ਵੜਿੰਗ ਜੀ ਦੀ ਗੱਲ ਦੇ ਨਾਲ ਮੈਂ ਸਹਿਮਤ ਹਾਂ। ਮੈਂ ਇਹ ਬਿਲਕੁਲ ਨਹੀਂ, ਨਾ ਮੈਂ ਨਾ ਸਾਡੀ ਸਰਕਾਰ ਆ ਆਪਦੀ ਜ਼ਿੰਮੇਵਾਰੀ ਤੋਂ ਨਾ ਕਦੇ ਪਿੱਠ ਦਿਖਾ ਕੇ ਭੱਜੀ ਹੈ ਤੇ ਨਾ ਕਦੇ ਭੱਜੂਗੀ। ਪਰ ਸਰ ਮੈਂ ਇਹਦੇ ਜੈਨੇਸਿਸ ਦੇ ਵਿੱਚ ਮੈਂ ਇਹਦਾ ਗਰਭ ਕਿੱਥੇ, ਇਹ ਹਾਲਾਤ ਅੱਜ ਠੀਕ ਹੈ ਕਿ ਛੋਟੇ ਵੀਰ ਮੂਸੇਵਾਲੇ ਦਾ ਕਤਲ ਹੋਇਆ, ਇਹੋ ਜਿਹਾ ਕਿਸੇ ਮਾਂ ਪਿਓ ਦੇ ਬੱਚੇ ਨਾਲ ਨਾ ਹੋਵੇ। ਪਰ ਸਰ ਮੈਂ ਇਹਦੇ ਬੈਕਗਰਾਉਂਡ ਦੇ ਵਿੱਚ ਜਾਣਾ ਚਾਹੁੰਦਾ ਕਿ ਇਹ ਹਾਲਾਤ ਪੰਜਾਬ ਦੇ ਵਿੱਚ ਬਣੇ ਕਿਉਂ। ਸਰ ਅੱਜ ਤੋਂ 1.5 ਮਹੀਨੇ ਪਹਿਲਾਂ ਸਰ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰਸ ਤੇ ਅਟੈਕ ਹੋਇਆ ਆਰਪੀਜੀ ਦੇ ਨਾਲ। ਸਰ ਆਰਪੀਜੀ ਰਾਕਟ ਲਾਂਚਰ ਹੈ ਔਰ ਸਿੱਧੂ ਮੂਸੇਵਾਲਾ ਦਾ ਕਤਲ ਜੋ ਹੈ ਉਹ ਜੋ ਰਿਪੋਰਟਾਂ ਮੈਂ ਪੜ੍ਹੀਆਂ ਪੇਪਰ ਦੇ ਵਿੱਚ ਉਹ ਕਹਿੰਦੇ AN-94 ਦੇ ਨਾਲ ਹੈ, ਜਿਹੜੀ ਕਿ ਰਸ਼ੀਅਨ ਅਸੌਲਟ ਰਾਈਫਲ ਹੈ, ਜਿਹੜੀ ਕਿ ਸਿਰਫ ਰਸ਼ੀਆ ਦੀ ਆਰਮੀ ਕੋਲੇ ਹੈ। ਸਰ ਮੈਂ ਪੁੱਛਣਾ ਚਾਹੁੰਦਾ ਕਿ ਔਰ ਸਰ ਆਰਪੀਜੀ ਰਾਕਟ ਲਾਂਚਰ ਔਰ AN-94 ਨਾ ਸਰ ਅੱਤਵਾਦ ਦੇ ਪੀਕ ਦੇ ਦਿਨਾਂ ਦੇ ਵਿੱਚ ਵੀ ਅੱਤਵਾਦੀਆਂ ਕੋਲ ਨਹੀਂ ਸੀਗੇ। ਸਰ ਇਹ ਅੱਜ ਇਹਨਾਂ ਗੈਂਗਸਟਰਸ ਕੋਲ ਕਿੱਥੇ ਆ ਗਏ? 3 ਮਹੀਨਿਆਂ ਦੇ ਵਿੱਚ ਡੈਫੀਨੇਟਲੀ ਇੱਕ ਸਾਈਡ ਓਏ ਸੁਣ ਤਾਂ ਲਓ ਯਾਰ ਸਰ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਹਦੀ ਮੈਨੂਫੈਕਚਰਿੰਗ ਸ਼ੁਰੂ ਨਹੀਂ ਨਾ ਹੋਈ। ਸਰ ਆਏ ਨੇ ਇੰਟਰਨੈਸ਼ਨਲ ਬਾਰਡਰਸ ਤੋਂ, ਸਰ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਸੈਂਟਰਲ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਔਰ ਅਗਲੀ ਗੱਲ ਹੁਣ ਆ ਜੀ 1 ਮਿੰਟ ਯਾਰ ਸੁਣ ਤਾਂ ਲਓ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਸੁਣ ਕਰਦਾ ਤਾਂ ਲਓ ਕਿ ਚੇਅਰ ਨੂੰ ਐਡਰੈਸ ਕੀਤਾ ਜਾਵੇ ਸਰ ਜਿਹੜੀ ਗੱਲ ਔਰ ਡਿਬੇਟ ਚੱਲਣ ਦਿੱਤਾ ਜਾਵੇ। ਜਿਹੜੇ ਮੈਂ ਚਲੋ ਵਾਟਐਵਰ ਤੁਸੀਂ ਸੁਣ ਤਾਂ ਲਓ 2 ਮਿੰਟ ਸ਼ਾਂਤੀ ਰੱਖੋ, ਨਾ ਕਰੋ ਸਰ। ਬੇਨਤੀ ਇਹ ਨਹੀਂ ਹੈ ਸਰ, ਮੈਂ ਥੋੜਾ ਜਿਹਾ ਇਹ ਹੋਇਆ ਬਹੁਤ ਮੰਦਭਾਗਾ ਹੋਇਆ ਸਰ, ਮੈਂ ਇਹਦੇ ਬੈਕਗਰਾਉਂਡ ਤੇ ਜਾਣਾ ਚਾਹੂੰਗਾ। ਸਰ ਲਾਅ ਐਂਡ ਆਰਡਰ ਦੀ ਗੱਲ ਕੀਤੀ ਗਈ ਹੈ ਸਰ, ਮੈਂ ਦੱਸਣਾ ਚਾਹੁੰਦਾ ਕਿ ਹੁਣ ਇੱਕ ਵੀ ਕ੍ਰਾਈਮ ਹੁੰਦਾ ਤੇ ਉਹ ਗਲਤ ਹੈ, ਅਸੀਂ ਜ਼ਿੰਮੇਵਾਰੀ ਓੜਦੇ ਹਾਂ ਉਸਦੀ। ਪਰ ਸਰ ਇਹਨਾਂ 3 ਮਹੀਨਿਆਂ ਦੇ ਵਿੱਚ ਜੋ ਐਵਰੇਜ ਆਈ ਹੈ 2022 ਦੇ ਵਿੱਚ ਉਹ ਪੰਜਾਬ ਦੇ ਵਿੱਚ 50 ਮਰਡਰਸ ਦੀ ਆਈ ਹੈ, 2021 ਦੇ ਵਿੱਚ 60 ਦੀ ਸੀਗੀ, 2022 ਦੇ ਵਿੱਚ ਉਹ 65 ਦੀ ਸੀਗੀ। ਇਹ ਸਰ ਮੈਂ ਨਹੀਂ ਬੋਲ ਰਿਹਾ ਹੈਗਾ, ਇਹ NCRB ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਫਿਗਰਸ ਨੇ, ਮੈਂ ਉਹ ਲੈ ਕੇ ਆਇਆ ਡਾਟਾ। ਜੇ ਇਹ ਗਲਤ ਹੋਣ ਤਾਂ ਚੈਲੰਜ ਕਰ ਸਕਦੇ 2022 ਦੇ ਵਿੱਚ ਕਿੰਨੀ ਹੈ ਜੀ? ਸਰ ਜੋ ਐਵਰੇਜ ਆਈ ਹੈ ਉਹ 158 ਦੀ ਹੈ 3 ਮਹੀਨਿਆਂ ਦੇ ਵਿੱਚ, 3.5 ਮਹੀਨਿਆਂ ਚ 50 ਦੀ ਆਈ ਹੈ। ਇਸ ਤੋਂ ਪਹਿਲਾਂ 60 ਔਰ 65 ਰਹੇ ਨੇ। ਸਰ NCRB ਦਾ ਰਿਕਾਰਡ ਬੋਲ ਰਿਹਾ ਹੈ। ਇੱਕ ਸੈਕਿੰਡ ਸਰ 2013 ਦੇ ਵਿੱਚ ਹੋਰ ਬੈਕਗਰਾਉਂਡ ਦੇ ਵਿੱਚ ਚਲੇ ਜਾਈਏ ਸਰ, ਟੋਟਲ ਮਰਡਰਸ 2013 ਦੇ ਵਿੱਚ ਪੰਜਾਬ ਦੇ ਵਿੱਚ 711 ਹੋਏ ਸੀਗੇ, ਜਿਹੜੀ ਪਰਸੈਂਟੇਜ ਟੂ ਟੋਟਲ IPC ਕ੍ਰਾਈਮਸ ਹੈ ਉਹ 28.12 ਸੀਗੀ, 7th ਹਾਈਐਸਟ ਇਨ ਦ ਕੰਟਰੀ। 2013 ਦੇ ਵਿੱਚ ਅਕਾਲੀ ਦਲ ਭਾਜਪਾ ਦੀ ਸਰਕਾਰ ਸੀਗੀ। ਸਰ NCRB ਦਾ ਰਿਕਾਰਡ ਕਹਿੰਦਾ ਕਿ ਟੋਟਲ ਕ੍ਰਾਈਮ ਹੈ ਜਿਹੜਾ 2016 ਦੇ ਵਿੱਚ 57,739 ਸੀਗਾ, ਜਿਹੜਾ ਕਿ ਵੱਧ ਕੇ 2020 ਦੇ ਵਿੱਚ 82,875 ਹੋ ਗਿਆ। ਸਰ 4 ਸਾਲਾਂ ਦੇ ਵਿੱਚ 43.5% ਜਿਹੜਾ ਵੱਧ ਗਿਆ 5 ਸਾਲਾਂ ਦੇ ਵਿੱਚ। ਸਰ 2020 ਦੇ ਵਿੱਚ ਪੰਜਾਬ ਦੇ ਵਿੱਚ NDPC ਐਕਟ ਦੇ ਜਿਹੜੇ ਕੇਸਿਸ ਨੇ, ਕ੍ਰਾਈਮਸ ਨੇ, ਸਰ ਪੰਜਾਬ ਉਹਦੇ ਵਿੱਚ ਟੌਪ ਕਰ ਰਿਹਾ ਸੀਗਾ ਕਾਂਗਰਸ ਸਰਕਾਰ ਵੇਲੇ। ਸਰ ਹੁਣ ਆਪਾਂ ਆ ਜਾਈਏ ਮਰਡਰਸ, ਇਹ ਜਿਹੜਾ ਹੈ ਕ੍ਰਾਈਮ ਰਿਕਾਰਡ ਹੈ ਸਰ। ਇੱਕ ਸੈਕਿੰਡ ਸੁਣ ਤਾਂ ਲਓ ਯਾਰ ਸਰ ਹੁਣ ਆਪਾਂ ਆ ਜਾਈਏ ਮਰਡਰਸ ਦੇ ਉੱਪਰ। ਕੱਲੇ ਲੁਧਿਆਣੇ ਦੀ ਜੇ ਗੱਲ ਕਰ ਲਈਏ ਸਰ 2010 ਦੇ ਵਿੱਚ 90 ਮਰਡਰ ਹੋਏ, 2011 ਚ 76 ਹੋਏ, 12 ਦੇ ਵਿੱਚ ਕੱਲੇ ਲੁਧਿਆਣੇ ਦੇ ਵਿੱਚ ਸਰ 79 ਹੋਏ, 2014 ਚ 73 ਹੋਏ, 2015 ਚ ਫਿਰ 73 ਹੋਏ, 2016 ਚ 64 ਹੋਏ, 2017 ਚ 59 ਹੋਏ, 2018 ਦੇ ਵਿੱਚ 53 ਮਰਡਰਸ ਹੋਏ, 2019 ਦੇ ਵਿੱਚ 56 ਮਰਡਰ ਹੋਏ। ਸਰ ਜਿਹੜਾ ਸਿਟੀ ਵਾਈਜ਼ ਸ਼ੇਅਰ ਸੀ ਨਾ ਜੀ ਉਹ 5% ਸੀਗਾ, ਜਿਹੜਾ ਕਿ 4th ਹਾਈਐਸਟ ਸੀਗਾ ਫਰੀਦਾਬਾਦ, ਆਗਰਾ ਤੇ ਆਸਨਸੋਲ ਤੋਂ ਬਾਅਦ ਲੁਧਿਆਣਾ ਦੇ ਵਿੱਚ। ਇਹ ਇਹਨਾਂ ਦੀ ਸਰਕਾਰ ਵੇਲੇ ਦਾ ਮੈਂ ਰਿਕਾਰਡ ਹੈ ਜਿਹੜਾ ਤੁਹਾਨੂੰ ਉਹ ਦੱਸ ਰਿਹਾ। ਸਰ 2010 ਤੋਂ 2021 ਤੱਕ ਜਿਹੜੇ ਤੁਹਾਨੂੰ ਮੈਂ ਫਿਗਰਸ ਦਿੱਤੇ 656 ਮਰਡਰਸ ਨੇ ਜਿਹੜੇ ਉਹ ਕੱਲੇ ਲੁਧਿਆਣੇ ਦੇ ਵਿੱਚ ਹੋਏ। ਇਸੇ ਤਰੀਕੇ ਦੇ ਨਾਲ ਸਰ
ਜਿਹੜੇ 2015 ਤੋਂ 2021 ਅਮਨ ਤੱਕ ਦੇ ਜਿਹੜੇ ਸਰ ਇੱਕ ਮਿੰਟ ਸੰਦੀਪ ਜਾਖੜ ਹਾਂਜੀ। ਅਮਨ ਜੀ ਸਪੀਕਰ ਸਾਹਿਬ ਹੁਣੇ ਅਮਨ ਜੀ ਨੇ ਐਨਸੀਆਰਬੀ ਦੇ ਆંકੜੇ ਦਿੱਤੇ ਐਂਡ ਉਹਨਾਂ ਨੇ ਕਿਹਾ ਵੀ ਸੈਂਟਰਲ ਏਜੰਸੀ ਹੈ ਤੇ ਸੈਂਟਰ ਦੇ ਆંકੜੇ ਹੈ ਤੇ ਜਦੋਂ ਸੈਂਟਰ ਦੇ ਆંકੜੇ ਪੰਜਾਬ ਦੇ ਸਕੂਲ ਨੂੰ ਕਹਿੰਦੇ ਵੀ ਸਭ ਤੋਂ ਨੰਬਰ 1 ਸਕੂਲ ਹੈ ਉਸ ਟਾਈਮ ਉਹ ਆંકੜੇ ਗਲਤ ਹੈ ਤੇ ਜਦੋਂ ਐਨਸੀਆਰਬੀ ਦੇ ਆંકੜੇ ਕਹਿੰਦੇ ਠੀਕ ਹੈ ਕਿ ਬੈਠੋ, ਕ੍ਰਾਈਮ ਤੁਹਾਡਾ ਪਹਿਲੇ point ਆ ਗਿਆ। ਥੈਂਕ ਯੂ ਅਮਨ ਅਰੋੜਾ ਜੀ ਸਰ ਇਸ ਤਰ੍ਹਾਂ ਹੈ ਮੈਂ ਦੱਸ ਦਿੰਦਾ ਅਰੋੜਾ ਜੀ ਮੈਂ ਦੱਸ ਦਿੰਦਾ ਸਰ ਇਹਦੇ ਫਰਕ ਇੰਨਾ ਕੁ ਹੈ ਕਿ ਜਿਹੜੇ ਐਜੂਕੇਸ਼ਨ ਵਾਲੇ ਆંકੜੇ ਦੱਸਦੇ ਨੇ ਉਹਦੇ 'ਚ ਉਹਨਾਂ ਦੀ ਜੋ ਰਿਪੋਰਟ ਹੈ ਉਹ ਇੰਡੀਕੇਟਿਵ ਹੋ ਸਕਦੀ ਹੈ, ਜਿਹੜੇ ਇਹ ਰਿਕਾਰਡ ਨੇ ਇਹ FIRs ਹੋਈਆਂ ਨੇ 302 ਦੀਆਂ, ਇਹ ਫਰਕ ਹੈ। ਠੀਕ ਹੈ, ਸੋ ਪਲੀਜ਼ ਟਰਾਈ ਟੂ ਅੰਡਰਸਟੈਂਡ। ਅਗਲੀ ਇੱਕ ਮਿੰਟ ਯਾਰ ਸੁਣੋ CBSE ਦੀ ਰਿਪੋਰਟ ਸੁਣ ਲਓ ਡਿਬੇਟ ਨੂੰ ਚੱਲਣ ਦਿੱਤਾ ਜਾਵੇ। CBSE ਦੀ ਰਿਪੋਰਟ ਪੈਰਲਲ ਡਿਬੇਟ ਨਾ ਕਰੋ ਤੁਸੀਂ ਤਾਂ CBSE ਦੀ ਰਿਪੋਰਟ ਇੰਡੀਕੇਟਿਵ ਵੀ ਹੋ ਸਕਦੀ ਹੈ ਤੇ ਫੈਬਰੀਕੇਟਡ ਵੀ ਹੋ ਸਕਦੀ ਹੈ। ਸਰ ਦੂਜੀ ਗੱਲ ਇਹ ਹੈ ਸਰ ਹੁਣ ਆਈਏ ਆਪਾਂ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਰੰਧਾਵਾ ਸਾਹਿਬ ਗੱਲ ਕਰ ਰਹੇ ਸੀਗੇ ਕਿ ਇਹ ਵੀ ਹੋਮ ਮਿਨਿਸਟਰ ਵੀ ਰਹੇ ਨੇ ਔਰ ਡਿਪਟੀ CM ਵੀ ਰਹੇ ਨੇ। ਸਰ ਹੁਣ ਆਈਏ ਆਪਾਂ ਵੀ ਕ੍ਰਿਮੀਨਲਸ ਦੇ ਇੰਨੇ ਹੌਸਲੇ ਵਧੇ ਕਿਵੇਂ। ਸਰ ਮੈਂ ਕੁਝ ਕੁ ਅਨਰਿਜ਼ੋਲਵਡ ਕੇਸਿਸ ਨੇ ਜਿਹੜੇ 2015 ਤੋਂ 2021 ਦੇ ਵਿੱਚ ਮੈਂ ਔਨ ਦਾ ਫਲੋਰ ਆਫ ਦਾ ਹਾਊਸ ਮੈਂ ਰੱਖਣਾ ਚਾਹੂੰਗਾ। ਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਅਨਰਿਜ਼ੋਲਵਡ ਹੈ। RSS ਲੀਡਰ ਜਗਦੀਸ਼ ਗਗਨੇਜਾ ਜੀ ਦਾ ਮਰਡਰ ਹੋਇਆ, ਅਨਰਿਜ਼ੋਲਵਡ ਹੈ। ਜਿਹੜਾ ਸਰ ਇਹ ਤੁਹਾਨੂੰ ਪੁੱਛ ਰਹੇ ਸੀਗੇ ਸਰ, ਇਹ ਜਿਹੜਾ ਇੱਕ ਮਿੰਟ ਤੁਹਾਨੂੰ ਸਵਾਲ ਕੀਤਾ ਸੀਗਾ ਕਿ ਇਹ ਸਬ ਜੁਡਿਸ ਕਿਵੇਂ ਹੈ, ਜਵਾਬ ਤੁਹਾਨੂੰ ਮੈਂ ਦੇ ਰਿਹਾ। ਅਨਰਿਜ਼ੋਲਵਡ ਨੇ ਤੇ ਸਬ ਜੁਡਿਸ ਨੇ। ਸੁਣੋ ਹੁਣ, ਬਰਗਾੜੀ ਕੇਸ, ਜਗਦੀਸ਼ ਗਗਨੇਜਾ ਜੀ ਦਾ ਮਰਡਰ। ਸਰ ਨਾਮਧਾਰੀ ਸੈਕਟ ਦੇ ਮਾਤਾ ਚੰਦ ਕੌਰ ਜੀ ਸੀਗੇ, 2016 ਦੇ ਵਿੱਚ ਮਰਡਰ ਹੋਇਆ, ਅਨਰਿਜ਼ੋਲਵਡ ਤੇ ਸਬ ਜੁਡਿਸ ਹੈ। ਸਰ ਇਸੇ ਤਰੀਕੇ ਦੇ ਨਾਲ ਮੌੜ ਬੰਬ ਬਲਾਸਟ ਹੋਇਆ 31/17 ਨੂੰ, 7 ਬੰਦੇ ਮਰੇ, ਹਜੇ ਤੱਕ ਅਨਰਿਜ਼ੋਲਵਡ ਹੈ ਤੇ ਸਬ ਜੁਡਿਸ ਹੈ। ਇਸੇ ਤਰੀਕੇ ਦੇ ਨਾਲ ਨਾਭਾ ਜੇਲ੍ਹ ਬ੍ਰੇਕ ਹੋਇਆ, ਹਜੇ ਤੱਕ ਸਬ ਜੁਡਿਸ ਹੈ, ਅਨਟ੍ਰੇਸਡ ਹੈ। ਇਸੇ ਤਰੀਕੇ ਨਾਲ ਡਰੱਗਸ ਕੇਸਿਸ ਨੇ, ਉਹ ਤਾਂ ਚਲੋ ਆਪਾਂ ਸਾਰਿਆਂ ਨੂੰ ਪਤਾ ਨੇ। ਵਿੱਕੀ ਮਿੱਡੂ ਖੇੜਾ, ਇੱਕ ਮਿੰਟ ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ 7 ਅਗਸਤ 2021 ਨੂੰ, ਹਜੇ ਤੱਕ ਅਨਰਿਜ਼ੋਲਵਡ ਹੈ ਤੇ ਸਬ ਜੁਡਿਸ ਹੈ। ਇਸ ਤੋਂ ਇਲਾਵਾ ਸਰ ਬੁਲੰਦ ਹੌਸਲੇ ਗੈਂਗਸਟਰਾਂ ਦੇ ਉਹ ਸੀਗੇ, ਅੱਜ ਤਾਂ ਉਹਨਾਂ ਨੂੰ ਸਰਕਾਰ ਦਾ, ਪੰਜਾਬ ਸਰਕਾਰ ਦਾ ਜੋ ਮਨਸ਼ੇ ਨੇ ਉਹ ਦੇਖ ਕੇ ਭੱਜਣਾ ਪੈਂਦੀਆਂ ਨੇ ਗੈਂਗਸਟਰਸ ਨੂੰ। 2015 ਦੇ ਵਿੱਚ ਸੁੱਖਾ ਅਕਾਲੀ ਦਲ ਦੀ ਸਰਕਾਰ ਵੇਲੇ ਸੁੱਖਾ ਕਾਲਵਾ ਦਾ ਕਤਲ ਹੋਇਆ। ਹਾਂਜੀ, ਕੋਈ ਵੀ ਮਾਣਯੋਗ ਮੈਂਬਰ ਜਦੋਂ ਹਾਊਸ ਚ ਆਉਂਦਾ ਤਾਂ ਉਹਨਾਂ ਨੇ ਸਿੱਧੇ ਜਾਣਾ ਹੈ ਚੇਅਰ ਵੱਲ ਨੂੰ। ਉਹਨਾਂ ਦੀ ਪਿੱਠ ਕਿਸੇ ਹਿਸਾਬ ਨਾਲ ਨਹੀਂ ਹੋਣੀ ਚਾਹੀਦੀ। ਆਪਾਂ ਟ੍ਰੇਨਿੰਗ ਕਰਨੀ ਸੀ, ਉਹਦੀ ਟ੍ਰੇਨਿੰਗ ਦੱਸਣਾ ਸੀ ਇਹਨਾਂ ਚੀਜ਼ਾਂ, ਸੋ ਟ੍ਰੇਨਿੰਗ ਨਹੀਂ ਹੋ ਸਕੀ। ਸੋ ਕੋਈ ਗੱਲ ਨਹੀਂ ਤੁਹਾਨੂੰ ਨਹੀਂ ਪਤਾ ਸੀ, ਸੋ ਇਹ ਦੱਸਣਾ ਵੀ ਸਾਡਾ ਫਰਜ਼ ਹੈ ਜੀ। ਸਰ ਗੱਲ ਇਹ ਹੈ ਕਿ ਹੌਸਲੇ ਇੰਨੇ ਬੁਲੰਦ ਕਿਵੇਂ ਹੋਏ, ਮੈਂ ਉਸ ਇਸ਼ੂ ਤੇ ਆ ਰਿਹਾ ਸੀ। ਖਹਿਰਾ ਸਾਹਿਬ ਸਪੀਕਰ ਸਾਹਿਬ, ਅਮਨ ਅਰੋੜਾ ਜੀ ਸਾਡੇ ਸਤਿਕਾਰਯੋਗ ਵੀਰ ਨੇ, ਪਰ ਮੈਨੂੰ ਪਤਾ ਨਹੀਂ ਕਿ ਉਹਨਾਂ ਬੈਂਚਾਂ ਵਿੱਚ ਕਿਹੜੀ ਚੁੰਬਕ ਤੇ ਚਮਕ ਆ। ਇੱਧਰ ਬੈਠੇ ਉਦੋਂ ਕੋਈ ਸਬ ਜੁਡਿਸ ਨਹੀਂ ਸੀਗਾ। ਮੌਡ ਬਲਾਸਟ ਆਪਾਂ ਬੋਲਦੇ ਸੀ, ਇੱਥੇ ਤੁਸੀਂ ਨਾਲ ਹੀ ਬੋਲਦੇ ਸੀਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਬੋਲਦੇ ਸੀ, ਉਦੋਂ ਕੋਈ ਸਬ ਜੁਡਿਸ ਨਹੀਂ ਸੀਗਾ। ਉਧਰ ਜਾ ਕੇ ਸਬ ਜੁਡਿਸ ਹੋ ਗਿਆ। ਉਹ ਜਿਹੜੀਆਂ ਫਿਗਰਾਂ ਕਾਂਗਰਸ ਦੇ ਲੀਡਰਸ ਪਹਿਲਾਂ ਉਧਰ ਬਹਿ ਕੇ ਪੜ੍ਹਦੇ ਸੀ, NCRB ਕੋਟ ਕਰਦੇ ਸੀਗੇ ਫਿਗਰਸ। ਦਿਸ ਇਜ਼ ਜਸਟ ਫਜਿੰਗ ਆਫ ਫਿਗਰਸ, ਦਿਸ ਇਜ਼ ਜਸਟ ਜਗਲਰੀ ਆਫ ਵਰਡਸ। ਸਾਨੂੰ ਕੋਈ ਇਤਰਾਜ਼ ਨਹੀਂਗਾ, ਪਰ ਇਹ ਹੁਣ ਪੂਰੀ ਪਿਓਰ ਸਰਕਾਰੀ ਬੋਲੀ ਆ। ਤੁਹਾਡੀ ਗੱਲ ਆ ਗਈ ਹੈ, ਤੁਸੀਂ 3 ਮਹੀਨਿਆਂ 'ਚ ਭੁੱਲ ਗਏ ਆ ਤੁਹਾਡੀ ਨਾ। ਮੈਂ ਛੋਟੇ ਵੀਰ ਇਦਾਂ ਨਾ ਚਾਹੀਦਾ, ਸਿਰਫ ਚੇਅਰ ਨੂੰ ਐਡਰੈਸ ਕੀਤਾ ਜਾਵੇ। ਸਾਰਾ ਕੁਝ ਉਹ ਜੋ ਅਫਸਰ ਲੀਡ ਕਰ ਰਹੀ ਹੈ। ਖਹਿਰਾ ਸਾਹਿਬ ਤੁਹਾਡੀ ਗੱਲ ਆ ਗਈ। ਅਮਨ ਜੀ ਸਰ ਇਸ ਤਰ੍ਹਾਂ ਅਮਨ ਜੀ ਸਰ ਸ਼੍ਰੀ ਇੱਕ ਮਿੰਟ ਜੀ ਅਮਨ ਜੀ ਕੰਟੀਨਿਊ। ਸਰ ਮੈਂ ਬੋਲ ਰਿਹਾ ਸਰ ਇਸ ਤਰ੍ਹਾਂ ਹੈ ਕਿ ਨਾ ਤਾਂ ਅਸੀਂ ਕੋਈ ਗੱਲ ਭੁੱਲੇ ਆ ਤੇ ਕੱਲਾ ਮਸਲਾ ਜਿਹੜਾ ਸੋਲਵ ਕਰਾਂਗੇ 5 ਸਾਲਾਂ ਦੇ ਵਿੱਚ। ਸੁਣ ਤਾਂ ਲਓ, 5 ਸਾਲ ਮੈਂ ਉਹ ਕੇਸ ਦੱਸੇ ਨੇ ਜਿਹੜੇ ਕਿ ਅਨਰਿਜ਼ੋਲਵਡ ਤੇ ਸਬਜੈਕਟ ਜਿਹੜਾ ਤੁਸੀਂ ਸਪੀਕਰ ਸਾਹਿਬ ਨੂੰ ਸਵਾਲ ਕੀਤਾ ਸੀਗਾ। ਸਰ ਇਹਦੇ ਚ ਇੱਕ ਮਿੰਟ ਜੀ ਬੜੇ ਭਾਈ ਐ ਨਾ ਕਰਿਆ ਕਰ, ਬੋਲ ਤਾਂ ਲੈਣ ਦੇ ਯਾਰ, ਐ ਕਰਦਾ ਸੁਣ ਤਾਂ। ਸਰ ਦੂਜੀ ਗੱਲ ਇਹ ਹੈ, ਇਹਦੇ ਚ ਅਸੀਂ ਕੋਈ ਗੱਲ ਨਹੀਂ ਭੁੱਲੇ ਹੈਗੇ, ਪਰ ਸਵਾਲ ਇਹ ਹੈ ਇਹ ਚ ਖਹਿਰਾ ਸਾਹਿਬ ਦਾ, ਅਸੀਂ ਜਦੋਂ ਉੱਧਰ ਸੀਗੇ ਉਦੋਂ ਵੀ ਆਹ ਗੱਲਾਂ ਸੀਗੀਆਂ, ਜਦੋਂ ਕਾਂਗਰਸ ਵਾਲੇ ਇੱਧਰ ਸੀਗੇ ਉਦੋਂ ਇਹਨਾਂ ਦੀਆਂ ਗੱਲਾਂ ਇਹ ਸੀਗੀਆਂ।
ਸਰ ਖਹਿਰਾ ਸਾਹਿਬ ਦਾ ਦਰਦ ਅਸਲ 'ਚ ਇਹ ਹੈ ਕਿ ਇਹ ਵਿਚਾਰੇ ਉਧਰ ਦੇ ਉਧਰ ਹੀ ਰਹਿ ਗਏ। ਚਲੋ ਆਪਾਂ ਇਹ ਬੜੀ ਸੀਰੀਅਸ ਡਿਸਕਸ਼ਨ ਹੈ ਅਮਨ ਜੀ। ਸਰ ਤੁਸੀਂ ਮੈਂ ਕਨਕਲੂਡ ਕਰਨ ਲੱਗਿਆ। ਤੁਸੀਂ ਚੱਲਣ ਦਿਓ, ਤੁਸੀਂ ਮੈਂ ਚੱਲਣ ਦਿਓ ਡਿਸਕਸ਼ਨ। ਤੁਹਾਡਾ ਨਾਮ ਤਾਂ ਮੈਂ ਵੀ ਲੈਣਾ। ਸਰ ਮੈਂ ਕਨਕਲੂਡ ਕਰਨ ਲੱਗਿਆ ਜੀ। ਆਪਾਂ ਡਿਸਕਸ਼ਨ ਚੱਲਣ ਦਿਓ ਜੀ। ਸਰ ਮੈਂ ਤੁਹਾਡੀ ਗੱਲ ਦਾ ਜਵਾਬ ਦਿੱਤਾ। ਮੈਂ ਭਾਜੀ ਕਨਕਲੂਡ ਕਰਨ ਲੱਗਿਆ ਜੀ। ਮੈਂ ਚਲੋ ਚੱਲਣ ਦਿਓ ਜੀ ਗੱਲ। ਮੈਂ ਖੈਰ ਸਾਹਿਬ ਗੱਲ ਚੱਲਣ ਦਿਓ, ਤੁਹਾਨੂੰ ਟਾਈਮ ਮਿਲੂਗਾ। ਯੂ ਵਿਲ ਗੈਟ ਐਂਪਲ ਟਾਈਮ। ਸਰ ਨੋ ਪੁਆਇੰਟ ਆਫ ਆਰਡਰ, ਯੂ ਵਿਲ ਗੈਟ ਇਟ ਸਰ, ਯੂ ਵਿਲ ਗੈਟ ਯੋਰ ਟਾਈਮ। ਸਰ ਚੇਡਾ ਤਾਂ ਮੈਂ ਕੀਤੇ ਨੇ ਸਰ। ਇਹਦਾ ਅਮਨ ਜੀ, ਸਰ ਅਮਨ ਜੀ ਇਹਨਾਂ ਨੂੰ ਬੋਲਣ ਸਰ ਦਿਓ। ਮੈਂ ਖਹਿਰਾ ਸਾਹਿਬ ਚਲੋ। ਖਹਿਰਾ ਸਾਹਿਬ ਕਿਹਾ ਹੈ। ਸੁਖਪਾਲ ਸਿੰਘ ਸਰ ਖਹਿਰਾ। ਮੈਂ ਬੜਾ ਭਾਈ ਕਿਹਾ ਹੈ। ਸੁਖਪਾਲ ਸਿੰਘ ਖਹਿਰਾ। ਦੇਖੋ ਗੱਲ ਇਹ ਆ, ਨਾਮ ਜੀ। ਲਿਆ ਇਹਨਾਂ ਨੇ, ਨਾਮ ਲਿਆ ਵਾ। ਯੈਸ ਯੈਸ ਹਾਂ ਬੋਲੋ। ਦੇਖੋ ਸਪੀਕਰ ਸਾਹਿਬ ਮੈਂ ਅਮਨ ਛੋਟੇ ਵੀਰ ਇੱਧਰ ਗੱਲ ਸੁਣ। ਮੈਂ ਪਿਛਲੇ 25-30 ਸਾਲ ਦਾ ਪੰਜਾਬ ਲਈ ਨਿਰੰਤਰ ਲੜ ਰਿਹਾ ਸਪੀਕਰ ਸਾਹਿਬ। ਮਜ਼ਾਕ ਕਰਨਾ ਗੱਲ ਇੱਕ ਹੋਰ ਹੁੰਦੀ ਆ। ਯੁਆਪਾ ਵਰਗੇ ਕਾਲੇ ਕਾਨੂੰਨ ਤੁਸੀਂ ਵੀ ਇੱਥੇ ਹੀ ਸੀਗੇ। ਇੱਥੇ ਪਿਛਲੀ ਸਰਕਾਰ ਨੇ ਔਰ ਉਸ ਤੋਂ ਪਿਛਲੀ ਸਰਕਾਰ ਨੇ ਇਨਡਿਸਕ੍ਰਿਮੀਨੇਟਲੀ ਯੂਜ਼ ਕੀਤੇ ਆ। ਬਹੁਤ ਨੌਜਵਾਨਾਂ ਨੂੰ ਯੁਆਪਾ ਦੇ ਤਹਿਤ ਜਿਹੜੇ ਆਪਣਾ ਵਕੀਲ ਵੀ ਖੜਾ ਨਹੀਂ ਕਰ ਸਕਦੇ ਸੀ ਸਪੀਕਰ ਸਾਹਿਬ, ਅਸੀਂ ਉਹਨਾਂ ਦੀ ਲੜਾਈ ਲੜੀ। ਮੈਂ ਪੰਜਾਬ ਦੇ ਜਿਹੜਾ ਖੇਤੀ ਅੰਦੋਲਨ ਹੋਇਆ ਦਿੱਲੀ ਵਿੱਚ, ਨਵਰੀਤ ਡਿਬਡਿਬਾ ਮਾਰਿਆ ਗਿਆ ਸੀ ਰੁਦਰਪੁਰ ਦਾ, ਮੇਰਾ ਕੋਈ ਲੈਣਾ ਦੇਣਾ ਸੀ ਉੱਥੇ, ਮੈਂ ਇਲੈਕਸ਼ਨ ਨਹੀਂ ਲੜਨੀ ਜਾ ਕੇ। ਠੀਕ ਹੈ, ਇੱਕ ਮਿੰਟ ਦੇਖੋ ਗੱਲ ਹੈ ਕਿਸੇ ਦੀ ਗੱਲ ਕਹਿਣ ਤੋਂ ਪਹਿਲਾਂ ਅੰਦਰ ਝਾਤ ਮਾਰੋ। ਓਏ ਇਹਨਾਂ ਦੇ ਇਹ ਕਾਂਗਰਸ ਜਿਹੜੇ ਨੇ ਬੋਲੋ ਜੀ, ਇੱਕ ਮਿੰਟ ਬੋਲਣ ਦਿਓ। ਅਮਨ ਅਰੋੜਾ ਜੀ ਪਲੀਜ਼ ਬੈਠੋ। ਬੋਲਣ ਦਿਓ, ਬੈਠੋ। ਯੈਸ ਯੈਸ ਠੀਕ ਹੈ, ਮੈਨੂੰ ਮਾਣ ਹੈ ਤੁਹਾਡੇ ਤੇ, ਮੈਨੂੰ ਤੁਹਾਡੇ ਤੇ ਮਾਣ ਹੈ। ਲੈਂਗੁਏਜ ਪਾਰਲੀਮੈਂਟਰੀ ਲੈਂਗੁਏਜ ਵਰਤੀ ਜਾਵੇ, ਥੁੱਕਦਾ ਵਰਡ ਰਿਕਾਰਡ ਸ਼ਾਮਲ ਨਾ ਕੀਤਾ ਜਾਵੇ। ਮਾਨਯੋਗ ਮੈਂਬਰ ਸਾਹਿਬਾਨ ਨੂੰ ਹਾਊਸ ਦੀ ਮਰਿਆਦਾ ਬਣਾ ਕੇ ਰੱਖਣ ਦੀ ਬੇਨਤੀ ਕਰਦਾ ਹੈ। ਇਹ ਪੰਜਾਬ ਦੇ ਲੋਕਾਂ ਨੇ ਆਪਾਂ ਨੂੰ ਬਹੁਤ ਵੱਡੀ ਜਗ੍ਹਾ ਤੇ ਆਪਦੀਆਂ ਪ੍ਰੋਬਲਮ ਡਿਸਕਸ ਕਰਨਾ ਸੀ ਭੇਜਿਆ। ਲੈਵਲ ਤੋਂ ਥੱਲੇ ਦੇ ਸ਼ਬਦ ਆਪਾਂ ਕਿਰਪਾ ਕਰਕੇ ਨਾ ਵਰਤੀਏ। ਅਮਨ ਅਰੋੜਾ ਜੀ। ਸਰ ਇਸ ਤਰ੍ਹਾਂ ਹੈ ਕਿ ਵੈਸੇ ਮੈਂ ਇਹਨਾਂ ਗੱਲਾਂ ਦੇ ਵਿੱਚ ਪੈਂਦਾ ਨਹੀਂ ਹੈਗਾ। ਤੁਸੀਂ ਡਿਸਕਸ਼ਨ ਤੇ ਆਓ। ਮੈਂ ਸਰ ਜਵਾਬ ਦੇ ਲਾਂਗੇ, ਛੱਡ ਦਈਏ? ਨਹੀਂ ਡਿਸਕਸ਼ਨ ਛੱਡ ਦਈਏ? ਛੱਡਤਾ ਜੀ, ਛੱਡਤਾ। ਕੋਈ ਕਿਸੇ ਦਿਨ ਤੁਹਾਡੇ ਕੰਨ 'ਚ ਜਵਾਬ ਦੇ ਜੂੰਗਾ, ਕੋਈ ਗੱਲ ਨਹੀਂ, ਪਰ ਜਵਾਬ ਜ਼ਰੂਰ ਦਊਂਗਾ। ਸਰ ਗੱਲ ਇਹ ਨਹੀਂ ਹੈ, ਮੈਂ ਇਸ ਕਰਕੇ ਮੈਂ ਕਹਿੰਦਾ ਜੀ, ਮੈਂ ਆਮਣੇ ਸਾਹਮਣੇ ਲਿਖਤੀ ਤਾਂ ਕੀ ਆ, ਉਹਦਾ ਕਾਗਜ਼ ਬਣ ਕੇ ਛੱਡ ਦੇਣੇ, ਮੈਂ ਕੰਨ 'ਚ ਦੱਸ ਕੇ ਜਾਊਂਗਾ। ਅਮਨ ਅਰੋੜਾ ਸਰ ਸਵਾਲ ਇਹ ਹੈ, ਚੇਅਰ ਨੂੰ ਐਡਰੈਸ ਕਰੋ। ਸਰ ਇਸ ਤਰ੍ਹਾਂ ਹੈ ਕਿ ਆਪਾਂ ਗੱਲ ਕਰ ਰਹੇ ਸੀ ਲਾਅ ਐਂਡ ਆਰਡਰ ਦੀ। ਮੈਂ ਉਹਦੇ ਜੈਨੇਸਿਸ ਦੇ ਵਿੱਚ, ਉਹਦੇ ਗਰਭ ਦੇ ਵਿੱਚ ਕਿੱਥੋਂ ਪ੍ਰੋਬਲਮ ਹੈ ਉਹ ਡਿਸਕਸ ਕਰ ਰਿਹਾ ਜੀ। ਜੇ ਮੈਂ ਗਲਤ ਹਾਂ, ਜੇ ਮੈਂ ਫੈਕਚੁਅਲੀ ਰੋਂਗ ਆ, ਤਾਂ ਤੁਸੀਂ ਵੀ ਮੈਨੂੰ ਟੋਕੋ ਤੇ ਮੈਂ ਸਾਰੇ ਮੇਰੇ ਮਾਨਯੋਗ ਸਾਥੀਆਂ ਨੂੰ ਬੇਨਤੀ ਕਰੂੰਗਾ ਆਪੋਜੀਸ਼ਨ ਨਾਲ ਕਿ ਤੁਸੀਂ ਮੈਨੂੰ ਰੋਕੋ, ਮੈਨੂੰ ਟੋਕੋ। ਪਰ ਜੇ ਮੈਂ ਫੈਕਚੁਅਲੀ ਗਲਤ ਨਹੀਂ ਹੈ ਤਾਂ ਪਲੀਜ਼ ਲੈਟ ਮੀ ਕੰਪਲੀਟ। ਹੁਣ ਸਰ ਗੱਲ ਆਉਂਦੀ ਹੈ ਕਿ ਇਹਨਾਂ ਗੈਂਗਸਟਰਸ ਦੇ ਹੌਸਲੇ ਨੇ ਬੁਲੰਦ ਕਿਵੇਂ ਹੋਏ? ਸਰ ਇਹ ਉਦੋਂ ਹੋਏ ਜਦੋਂ ਤਰਨਤਾਰਨ ਦੇ ਵਿੱਚ ਜਦੋਂ ਇੱਕ ਲੜਕੀ ਦੇ ਇੱਜ਼ਤ ਨੂੰ ਹੱਥ ਪਾਇਆ ਗਿਆ। ਉਹਦੇ ਇੱਕ ਸਿਪਾਹੀ, ਇੱਕ ਪੁਲਿਸ ਅਧਿਕਾਰੀ ਫਾਦਰ ਨੂੰ ਗੋਲੀਆਂ ਮਾਰੀਆਂ ਗਈਆਂ। ਉਹਦੀ ਛਾਤੀ ਦੇ ਉੱਪਰ ਪੈਰ ਰੱਖ ਕੇ ਨਾਅਰੇ ਵੀ ਲਾਏ ਗਏ ਤੇ ਵੀਡੀਓ ਵੀ ਬਣਾਈ ਗਈ। ਸਰ ਇਹ ਉਦੋਂ ਹੋਈਆਂ ਜਦੋਂ ਇਹਨਾਂ ਦੀਆਂ ਸਰਕਾਰਾਂ ਵੇਲੇ ਸੁੱਖਾ ਇਹਨਾਂ ਦੀ ਤੁਹਾਡੇ ਗਵਾਂਢੀ ਨੇ ਜੀ, ਸੁੱਖਾ ਕਾਲਵਾ ਪੁਲਿਸ ਕਸਟਡੀ ਦੇ ਵਿੱਚ ਮਾਰੇ ਗਏ। ਔਰ ਸਰ ਇੱਕ ਚੀਜ਼, ਇੱਕ ਮਿੰਟ ਰਾਜਾ ਜੀ, ਸਰ ਇੱਕ ਮੈਂ ਯਾਰ ਤੁਸੀਂ ਨਾ ਇੰਟਰਪਟ ਨਾ ਕਰੋ, ਕਾਈਂਡਲੀ ਇੰਟਰਪਟ ਨਾ ਕਰੋ। ਉਹਨਾਂ ਨੂੰ ਗੱਲ ਕੰਪਲੀਟ ਕਰ ਦਿਓ, ਤੁਹਾਨੂੰ ਵੱਧ ਟਾਈਮ ਮਿਲੇਗਾ ਤੁਹਾਡੇ ਹਿੱਸੇ ਦਾ। ਕਿਰਪਾ ਕਰਕੇ ਯੂ ਵਿਲ ਗੈਟ ਯੋਰ ਟਾਈਮ। ਤੁਹਾਨੂੰ ਸਭ ਨੂੰ ਟਾਈਮ ਮਿਲੇਗਾ। ਕੋਈ ਨਹੀਂ ਬੋਲ ਲੈਂਦੇ ਯਾਰ, ਕਿੰਨਾ ਕੁ ਬੋਲੂ? ਨਹੀਂ, ਉਹ ਮੈਨੂੰ ਐਡਰੈਸ ਕਰੋ ਜੀ, ਸਾਰੇ ਚੇਅਰ ਨੂੰ ਐਡਰੈਸ ਕਰੋ ਜੀ। ਸਰ ਚੇਅਰ ਨੂੰ ਐਡਰੈਸ ਕਰੋ। ਸਰ ਮੈਂ ਕਨਕਲੂਡ ਕਰੂੰਗਾ ਹੁਣ। ਮੈਂ ਕਨਕਲੂਡ ਕਰ ਇੱਕ ਮਿੰਟ ਸਰ ਇਹ ਹੌਸਲੇ ਇਹਨਾਂ ਕ੍ਰਿਮੀਨਲਸ ਦੇ ਉਦੋਂ ਬੁਲੰਦ ਹੁੰਦੇ ਨੇ ਜਦੋਂ ਸਰ 2000 ਅੱਜ ਦੀ ਡੇਟ ਦੇ ਵਿੱਚ ਅਨਰਿਜ਼ੋਲਵਡ ਕੇਸ, ਜਿਹੜੇ ਤੁਸੀਂ ਅਨਰਿਜ਼ੋਲਵਡ ਸਬਜੈਕਟਸ ਦੀ ਗੱਲ ਕਰ ਰਹੇ ਸੀਗੇ, ਸਰ ਹਾਈਐਸਟ ਨੇ ਪੰਜਾਬ ਦੇ ਵਿੱਚ 44.7 ਇਹਨਾਂ ਦੀਆਂ ਸਰਕਾਰਾਂ ਵੇਲੇ ਦੇ। ਸਰ ਹੋਰ ਇੱਕ ਐਗਜ਼ਾਮਪਲ ਰੰਧਾਵਾ ਸਾਹਿਬ ਤੁਹਾਡੇ ਮਤਲਬ ਦੀ ਹੈ। ਸਰ ਮੇਰੇ ਵੱਡੇ ਵੀਰ ਰੰਧਾਵਾ ਸਾਹਿਬ, ਤੁਸੀਂ ਮੈਨੂੰ ਐਡਰੈਸ ਕਰੋ ਜੀ। ਹਾਂ ਤੁਹਾਨੂੰ ਨਹੀਂ ਕਰ ਰਿਹਾ ਜੀ, ਮਤਲਬ ਦੀ ਉਹਨਾਂ ਦੀ ਹੈ। ਮਤਲਬ ਸਰ ਰੌਲਾ ਪਿਆ ਕਿ ਇੰਨੇ ਉਹ ਕ੍ਰਾਈਮਸ ਹੋ ਰਹੇ ਨੇ।
ਸਰ ਅਨਰਿਜ਼ੋਲਵਡ ਪਤਾ ਕੇਸਿਸ ਕਿਵੇਂ ਰਹੇ ਨੇ ਜੀ, ਅਨਟ੍ਰੇਸਡ ਕਿਵੇਂ ਰਹੇ ਨੇ ਸਰ, ਪੋਲੀਟੀਕਲ ਪੈਟਰੋਨੇਜ ਰਹੀ ਹੈ ਅੱਜ ਤੱਕ, ਅੱਜ ਤੋਂ ਬਾਅਦ ਨਹੀਂ ਹੋਣੀ ਹੈਗੀ। ਮੈਂ ਐਗਜ਼ਾਮਪਲ ਦੇ ਦੇਣਾ ਤੁਹਾਨੂੰ ਸਰ, ਰੰਧਾਵਾ ਸਾਹਿਬ ਮੇਰੇ ਵੱਡੇ ਭਰਾ ਨੇ, ਸਟੇਟਮੈਂਟ ਹੈ ਸਰ ਉਹਨਾਂ ਦੀ 21 ਅਕਤੂਬਰ 2021 ਦੀ, ਜਿਹਦੇ ਵਿੱਚ ਇਹਨਾਂ ਨੇ PAP ਪੰਜਾਬ ਆਰਮਡ ਪੁਲਿਸ ਦੇ ਫੰਕਸ਼ਨ ਦੇ ਵਿੱਚ ਕਿਹਾ ਕਿ ਮੌੜ ਬੰਬ ਬਲਾਸਟ ਦੀ ਇਨਵੈਸਟੀਗੇਸ਼ਨ ਨੂੰ, ਪ੍ਰੋਬ ਨੂੰ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਸਟਾਲ ਕੀਤਾ ਸੀਗਾ। ਇਹਨਾਂ ਦੀ ਔਨ ਰਿਕਾਰਡ ਸਟੇਟਮੈਂਟ ਹੈ ਸਰ। ਮੈਂ ਪੁੱਛਣਾ ਚਾਹੁੰਦਾ, ਜਦੋਂ ਸਿਆਸੀ ਲੋਕ ਆਹ ਕੁਛ ਕਰਨਗੇ ਸਰ, 7 ਬੰਦੇ ਬਣੇ ਸੀ ਮੌੜ ਦੇ ਵਿੱਚ, ਜਦੋਂ ਸਿਆਸੀ ਲੋਕਾਂ ਵੱਲੋਂ ਆਹ ਕੁਛ ਹੋਊਗਾ, ਚਾਹੇ ਉਹ ਇੱਧਰ ਨੇ ਚਾਹੇ ਉੱਧਰ ਨੇ, ਤੇ ਸਰ ਗੈਂਗਸਟਰ ਕਿਉਂ ਨਾ ਪੈਦਾ ਹੋਣਗੇ ਜੀ, ਕਿਉਂ ਨਾ ਪੈਦਾ ਹੋਣਗੇ ਸਰ। ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਡਿਸਕਸ਼ਨਾਂ ਰੱਖੋ ਜਿੰਨੀਆਂ ਮਰਜ਼ੀ, ਲਾਅ ਐਂਡ ਆਰਡਰ ਤੇ ਰੱਖੋ, ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ, ਕੱਲੀ ਗੱਲ ਦਾ ਜਵਾਬ ਦੇਵਾਂਗੇ। ਪਰ ਸਿਰਫ ਔਰ ਸਿਰਫ ਆ 2-3 ਮਹੀਨਿਆਂ ਦੇ ਵਿੱਚ ਤੁਸੀਂ ਆਪਣੀਆਂ ਸਾਰੀਆਂ ਕਾਰਗੁਜ਼ਾਰੀਆਂ, ਆਪਣੀਆਂ ਸਾਰੀਆਂ ਜਿਹੜੀਆਂ ਤੁਹਾਡੀਆਂ ਮਾਲ ਇੰਟੈਂਸ਼ਨਸ ਤੇ ਮਾਲ ਫੰਕਸ਼ਨਸ ਨੇ, ਉਹ ਤੁਸੀਂ ਸਾਡੇ ਗਲ ਪਾ ਕੇ ਤੁਸੀਂ ਕਹੋਗੇ ਤੁਸੀਂ ਪਾਕ ਸਾਫ ਨਿਕਲ ਜਾਓਗੇ। ਐ ਨਹੀਂ ਅਸੀਂ ਨਿਕਲਣ ਦੇਣਾ ਹੈਗਾ, ਇਹ ਮੈਂ ਵਾਅਦਾ ਕਰਦਾ, ਐ ਨਹੀਂ ਅਸੀਂ ਨਿਕਲਣ ਦੇਣਾ ਹੈਗਾ। ਸੋ ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਸਰ, ਮੇਰੀ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਪ੍ਰੋਡਕਟਿਵ, ਪੋਜ਼ਿਟਿਵ, ਕੰਸਟਰਕਟਿਵ ਜਿੰਨੀ ਮਰਜ਼ੀ ਗੱਲ ਕਰੋ, ਜਿੰਨੇ ਮੈਂ ਫਿਰ ਦੁਬਾਰਾ ਤੁਹਾਨੂੰ ਔਨ ਰਿਕਾਰਡ ਕਹਿ ਰਿਹਾ, ਜਿੰਨੇ ਇਸ਼ੂਜ਼ ਮੈਂ ਕਹੇ ਨੇ, ਤੁਸੀਂ ਫੈਕਚੁਅਲੀ ਯੂ ਪ੍ਰੂਵ ਅਸ ਰੋਂਗ, then we are liable। ਸਰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਪਿਛਲੇ 3 ਮਹੀਨਿਆਂ ਦੇ ਵਿੱਚ, ਨੋ ਡਾਊਟ ਮੈਂ ਨਹੀਂ ਕਹਿੰਦਾ ਹੈਗਾ ਕਿ ਜੀ ਅਸੀਂ 3 ਮਹੀਨਿਆਂ ਦੇ ਵਿੱਚ ਅਸੀਂ ਸਾਰਾ ਕੁਝ ਕਰਤਾ ਸਰ। 3 ਮਹੀਨਿਆਂ ਦੇ ਵਿੱਚ ਤਾਂ ਕਿਸੇ ਨੇ ਮੋਟਰ ਵਾਲਾ ਕੋਠਾ ਪਾਉਣਾ ਹੋਵੇ ਨਾ, ਉਹ ਨਹੀਂ ਪੈਂਦਾ ਹੈਗਾ। 3 ਮਹੀਨੇ ਦੇ ਤੱਕ ਨਵੀਂ ਵਿਆਹੀ ਕੁੜੀ ਨੂੰ ਨਾ ਐ ਨਹੀਂ ਪਤਾ ਲੱਗਦਾ ਹੈਗਾ ਘਰ ਦੇ ਵਿੱਚ ਭਾਂਡਾ ਟਿੰਡਾ ਕਿਹੜੇ ਪਾਸੇ ਰੱਖਣਾ ਤੇ ਕਿਹੜੇ ਪਾਸੇ ਧਰਨਾ ਹੈ। ਤੇ 3 ਮਹੀਨੇ ਦੇ ਪਰ ਇੱਕ ਮਾਣ ਹੈ ਸਰ, ਛਿੱਕ ਠੋਕ ਕੇ ਕਹਿਣਾ ਕਿ ਜੋ 3 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਔਰ ਭਗਵੰਤ ਮਾਨ ਦੀ ਸਰਕਾਰ ਨੇ ਕਰਤਾ, ਉਹ 17 ਸਾਲਾਂ ਤੋਂ ਲੋਕ ਉਡੀਕ ਰਹੇ ਸੀਗੇ, 17 ਸਾਲਾਂ ਤੋਂ। ਸੋ ਇਸ ਕਰਕੇ ਤੁਹਾਡਾ ਮੈਨੂੰ ਗਵਰਨਰਸ ਐਡਰੈਸ ਤੇ ਬੋਲਣ ਦੇ ਲਈ ਸਮਾਂ ਦੇਣ ਦੇ ਉੱਪਰ ਬਹੁਤ ਬਹੁਤ ਧੰਨਵਾਦ। ਤੇ ਮੈਂ ਗਵਰਨਰਸ ਐਡਰੈਸ ਦੇ ਨੂੰ ਔਰ ਪੰਜਾਬ ਸਰਕਾਰ ਦੇ ਕੰਮਾਂ ਦੀ 1000% ਦੀ ਮੈਂ ਪ੍ਰੋੜਤਾ ਕਰਦਾ। ਬਹੁਤ ਬਹੁਤ ਧੰਨਵਾਦ ਜੀ।